सतनाम वाहिगुरु साहिब जी। औखी कड़ी ना देखण देई, अपना बिरद संभाले। हाथ दे राखे अपने को, सास सास प्रतिपाले। प्रभ स्यो लाग रह्यो मेरा चीत, आदि अंत प्रभ सदा सहाई। तन हमारा मीत, गुरपुरै चरनी लाया। हर संग सहाई पाया, जह जाइए तहा सुहेले। कर कृपा प्रभ मेले, बेसुमार था अगनत अतुलै। जो बुलावो त्यो नानक दास बोले। जेता जियो पिंड सब तेरा, तू अंतरजामी। पुरख भगवान दासन दास, कहे जन नानक। जेहा तू कराए, तेहा हो करी वख्यान। सतनाम वाहिगुरु साहिब जी। हे कल मूल क्रोधं कदंच करुणा नाउ परजते। हे कल मूल क्रोधं कदंच करुणा नाउ परजते। भिख्यंत जीवं वस्यं करोत, नृत्यं करोत जथा मर्कटः। अनिक शासन ताड़ंत जमदूतः, तव संगे अदमं नरः। दीन दुख भंजन दयाल प्रभ नानक, सर्ब जीय रख्या करोत। दीन दुख भंजन दयाल प्रभ नानक, सर्ब जीय रख्या करोत। वाहिगुरु जी का खालसा, वाहिगुरु जी की फतेह। तन तन सतगुरु गुरु गरीब निवाज, दया निध, कृपा निध, करुणा निध सतगुरु श्री गुरु ग्रंथ साहिब जी दीन दयाल पातशाह, तिन्हां दी अपार मेहरामत है, दया बख्शिश है।
ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਉਦਮ ਦੇ ਸਹਿਤ ਹੋ ਕੇ ਸਤਿਗੁਰੂ ਦੇ ਚਰਨਾਂ ਦੀ ਪ੍ਰੀਤ ਭਾਵਨਾ ਨੂੰ ਹਿਰਦੇ ਵਿੱਚ ਧਾਰਨ ਕਰਕੇ ਆਤਮ ਗਿਆਨ ਪ੍ਰਾਪਤੀ ਦੀ ਅਭਿਲਾਸ਼ਾ ਨੂੰ ਲੈਂਦੇ ਪ੍ਰਾਪਤ ਕਰਨ ਦਾ ਯਤਨ ਕਰਦਿਆਂ ਸਤਸੰਗਤ ਰੂਪ ਵਿੱਚ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੜੇ ਅਦਬ ਸਹਿਤ ਜੁੜ ਬੈਠ ਕੇ ਸਤਿਗੁਰੂ ਕੀ ਮਿਹਰਾਮਤ ਦੇ ਪਾਤਰ ਬਣਨ ਦਾ ਨਿਰਮਲ ਸ਼ੁਭ ਯਤਨ ਕਰ ਰਹੇ ਹੋ। ਸਤਿਗੁਰੂ ਸਾਹਿਬ ਜੀ ਪਾਵਨ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ, ਪ੍ਰਾਣੀ ਏਕੋ ਨਾਮ ਧਿਆਵੋ, ਆਪਣੀ ਪਤ ਸੇਤੀ ਕਰ ਜਾਵੋ। ਮਨੁੱਖ ਦੇ ਜੀਵਨ ਦਾ ਆਰੰਭ ਰੱਬੀ ਬਖਸ਼ਿਸ਼ਾਂ ਦੇ ਨਾਲ ਭਰਪੂਰ ਹੁੰਦਾ ਹੈ। ਸਾਫ ਸ਼ਵੱਛ ਹਿਰਦਾ ਮਿਲਦਾ ਹੈ, ਕੰਚਨ ਵਰਗੀ ਕਾਇਆ ਪ੍ਰਾਪਤ ਹੁੰਦੀ ਹੈ ਅਤੇ ਆਤਮ ਸਰੂਪ ਜਿਹੜਾ ਹੈ ਬੜਾ ਨਿਰਮਲ ਹੁੰਦਾ ਹੈ ਔਰ ਉਸ ਸ਼ੁੱਧਤਾ ਦੇ ਵਿੱਚੋਂ ਮਨੁੱਖਾ ਜਨਮ ਮਿਲਦਾ ਹੈ ਤਾਂ ਕਿ ਜੀਵਨ ਦੇ ਵਿੱਚ ਕੁਝ ਐਸੀ ਰਾਸ, ਕੁਝ ਐਸਾ ਧਨ ਸੰਚਿਤ ਕੀਤਾ ਜਾਵੇ ਜਿਹੜਾ ਬੜਾ ਅਮੋਲ, ਬੜਾ ਸ਼ਵੱਛ ਅਤੇ ਬੜਾ ਪਾਏਦਾਰ ਹੋਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਇਹਦਾ ਯਤਨ ਕੀ ਹੋਏਗਾ? ਏਕੋ ਨਾਮ ਧਿਆਵੋ। ਜੀਵਨ ਦੇ ਵਿੱਚ ਜਿਵੇਂ ਜਿਵੇਂ ਜੀਵਨ ਦਾ ਸਿਲਸਿਲਾ ਚੱਲੇਗਾ, ਮਾਇਆ ਦਾ ਦਖਲ ਮਨ ਬੁੱਧ ਸੁਰਤ ਕਰਕੇ ਵੀ ਵਿਆਪੇਗਾ, ਪਰ ਉਸ ਸਾਰੇ ਦਖਲ ਤੋਂ ਗੁਰੂ ਸ਼ਬਦ ਦੇ ਸਦਕਾ ਸੁਚੇਤ ਰਹਿਣਾ ਅਤੇ ਆਪਣੀ ਸੁਰਤ ਨੂੰ ਸੰਸਾਰ ਦੇ ਵਿੱਚ ਵਿਖਿਆ ਦੇ ਵਿੱਚ ਕੂੜ ਦੇ ਵਿੱਚ ਗ੍ਰਸਤ ਨਹੀਂ ਹੋਣ ਦੇਣਾ। ਅਤੇ ਇਹੀ ਯਤਨ ਸਤਸੰਗੀਆਂ ਦਾ ਪ੍ਰਮੁੱਖ ਯਤਨ ਹੈ ਤਾਂ ਕਿ ਆਪਣੀ ਪਤ ਸੇਤੀ ਕਰ ਜਾਵੋ, ਤਾਂ ਕਿ ਜਿਤਨੀ ਸ਼ੁੱਧਤਾ, ਜਿਤਨੀ ਰੱਬੀ ਮਿਹਰਾਮਤ, ਜਿਤਨਾ ਨਿਰਮਲ ਜੀਵਨ ਲੈ ਕੇ ਆਰੰਭ ਹੋਏ ਸੀ ਉਤਨੇ ਹੀ ਨਿਰਮਲ ਜੀਵਨ ਦੇ ਸਹਿਤ ਸਾਡੇ ਜੀਵਨ ਦੀ ਸਾਰੀ ਯਾਤਰਾ ਪੂਰੀ ਹੋ ਸਕੇ। ਤਾਂ ਹੀ ਗੁਰਬਾਣੀ 'ਚ ਪਾਵਨ ਵਾਕ ਨੇ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ। ਸੋ ਆਪ ਜੀ ਬੜੇ ਸੁਭਾਗਸ਼ਾਲੀ ਜੋ ਐਸਾ ਯਤਨ ਕਰਦੇ ਹੋ। ਸਤਿਗੁਰੂ ਕਿਰਪਾ ਕਰਨ, ਗੁਰਮਤਿ ਭਾਵ ਸਾਡੇ ਸਾਰਿਆਂ ਦੇ ਜੀਵਨ ਦਾ ਦ੍ਰਿੜ ਅਮਲ ਦਾ ਅੰਗ ਬਣੇ ਰਹਿਣ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਸ਼ਬਦ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੇ ਕਲ ਮੂਲ ਕਰੋ ਦੰ ਕਦੰਚ ਕਰੁਣਾ ਨਾਉ ਪਰਜਤੇ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਤਿਨਾਂ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਬਾਣੀ ਸ਼ਲੋਕ ਸੰਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਦੀ ਵਿਆਖਿਆ ਸਰਵਣ ਕਰ ਰਹੇ ਹੋ। ਸਤਿਗੁਰੂ ਕੀ ਬਖਸ਼ਿਸ਼ ਨੂੰ ਮਾਨਣ ਦਾ ਯਤਨ ਕਰ ਰਹੇ ਹੋ। ਲੜੀਵਾਰ ਬਾਣੀ ਦੀ ਵਿਆਖਿਆ ਦੇ ਅੰਤਰਗਤ ਗੁਰੂ ਸਾਹਿਬ ਜੀ ਸਾਨੂੰ 5 ਵਿਕਾਰਾਂ ਦੀ ਬਾਬਤ ਬੜੇ ਵਿਸਥਾਰ ਦੇ ਵਿੱਚ ਬੜੇ ਗੁਹਜਪੂਰਨ ਤੱਤ ਗਿਆਨ ਭਰੇ ਉਪਦੇਸ਼ ਦੇ ਕੇ ਨਿਵਾਜ ਰਹੇ ਹਨ। ਕਿਉਂਕਿ ਸੰਸਾਰ ਦੇ ਵਿੱਚ ਜਿਹੜੇ ਮਨੁੱਖ ਸੰਸਾਰਕ ਤਲ 'ਤੇ ਜਿਉ ਰਹੇ ਹਨ ਉਹਨਾਂ ਦੇ ਵੈਰੀ ਸਮਾਜ ਹੀ ਹੈ ਜਾਂ ਕੋਈ ਹੋਰ ਉਹਨਾਂ ਨੇ ਵੈਰੀ ਮੰਨਿਆ ਹੋਇਆ, ਆਪਣੇ ਵਿਰੋਧੀ ਕਿਸੇ ਹੋਰ ਨੂੰ ਤਸੱਵਰ ਕੀਤਾ ਹੋਇਆ। ਪਰ ਜਿਹੜਾ ਸਤਸੰਗੀ ਮਨੁੱਖ ਹੈ ਉਹ ਸੰਸਾਰ ਦੇ ਤਲ ਤੋਂ ਜਾਗ ਚੁੱਕਾ ਹੁੰਦਾ ਹੈ। ਉਹ ਆਪਣੇ ਅੰਦਰੂਨੀ ਜਿਹੜੇ ਦੁਸ਼ਮਣ ਹਨ ਉਹਨਾਂ ਦੇ ਪ੍ਰਤੀ ਸੁਚੇਤ ਹੁੰਦਾ ਅਤੇ ਉਹਨਾਂ ਦੀ ਪਛਾਣ ਕਰਕੇ ਸਦਾ ਹੀ ਉਹਨਾਂ ਦੀ ਜਿਹੜੀ ਕਾਬੂ ਕਰਨ ਦੇ ਯਤਨ ਵਿੱਚ ਰਹਿੰਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ, ਪਹਿਲਾਂ ਸਤਿਗੁਰੂ ਸਾਹਿਬ ਜੀ ਨੇ ਮੋਹ ਦੇ ਵਿੱਚ ਬੜੇ ਵਿਸਥਾਰ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਸੀ ਕਿ ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨ ਹੈ। ਕੱਲ੍ਹ ਵਾਲੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਾਮ 'ਤੇ ਆਧਾਰਿਤ ਜਿਹੜੀ ਵਾਸਨਾ ਮਨੁੱਖ ਨੂੰ ਬਾਰ-ਬਾਰ ਜੰਮਣ ਮਰਨ ਅਤੇ ਆਵਾਗਮਨ ਦੇ ਚੱਕਰ ਲਈ ਵਿਵਸ਼ ਕਰਦੀ ਹੈ, ਉਸ ਦੀ ਸੰਬੰਧੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ। ਅਤੇ ਅੱਜ ਵਾਲੇ ਸ਼ਲੋਕ ਦੇ ਵਿੱਚ
ਗੁਰੂ ਅਰਜਨ ਦੇਵ ਸਾਹਿਬ ਜੀ ਕ੍ਰੋਧ ਦੇ ਪ੍ਰਥਾਏ, ਕ੍ਰੋਧ ਦਾ ਸਾਡੇ ਜੀਵਨ ਦੇ ਵਿੱਚ ਕਿਤਨਾ ਨੁਕਸਾਨਦਾਇਕ ਪ੍ਰਭਾਵ ਹੈ, ਕ੍ਰੋਧ ਸਾਡੇ ਸਮੁੱਚੇ ਜੀਵਨ ਨੂੰ ਕਿਸ ਪ੍ਰਕਾਰ ਨਸ਼ਟ ਕਰ ਦਿੰਦਾ ਹੈ, ਬੁੱਧੀ ਦਾ ਜਿਹੜਾ ਤਾਣ ਹੈ ਉਹਨੂੰ ਕਿਵੇਂ ਜਲਾ ਦਿੰਦਾ ਹੈ, ਜਿਹੜਾ ਸਾਡੇ ਅੰਦਰ ਦਇਆ ਦਾ ਕੋਈ ਬੀਜ ਫੁੱਟਣਾ ਹੁੰਦਾ ਹੈ, ਕ੍ਰੋਧ ਉਸ ਨੂੰ ਕਿਵੇਂ ਜਲਾ ਦਿੰਦਾ ਹੈ। ਇਸ ਸਾਰੇ ਨੁਕਤਿਆਂ ਦੀ ਬੜੀ ਵਿਸਥਾਰ ਭਰਪੂਰ ਸ਼ਲੋਕਾਂ ਦੁਆਰਾ ਗੁਰੂ ਸਾਹਿਬ ਦੀ ਵਿਚਾਰ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ। ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾਉ ਪਰਜਤੇ। ਤਾਂ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ, ਹੇ ਕਲ ਮੂਲ, ਸੰਸਾਰ ਦੇ ਸਾਰੇ ਝਗੜਿਆਂ ਦਾ ਮੁੱਢ ਕ੍ਰੋਧ, ਤੂੰ ਐਸਾ ਹੈ, ਤੇਰਾ ਪ੍ਰਭਾਵ ਐਸਾ ਹੈ, ਕਦੰਚ ਕਦੀ ਵੀ ਨਹੀਂ, ਕਰੁਣਾ ਨਾ ਉਪਰਜਤੇ, ਕਦੀ ਵੀ ਜਦੋਂ ਤੂੰ ਜਿਸ ਜੀਵ ਦੇ ਹਿਰਦੇ ਵਿੱਚ ਪੈਦਾ ਹੋ ਜਾਂਦਾ ਹੈ ਉਸ ਹਿਰਦੇ ਦੇ ਵਿੱਚ ਕਦੀ ਦਇਆ ਨਹੀਂ ਪੈਦਾ ਹੋ ਸਕਦੀ। ਜਿਸ ਹਿਰਦੇ ਵਿੱਚ ਤੂੰ ਸਦਾ ਹੀ ਬੈਠਾ ਰਹਿਣਾ, ਜਿਸ ਮਨ ਦੇ ਅੰਦਰ ਤੇਰਾ ਵਾਸ ਹੈ, ਉਹ ਮਨ ਦੇ ਅੰਦਰ ਕਦੀ ਦਇਆ ਦੇ ਭਾਵ ਅੰਕੁਰਿਤ ਨਹੀਂ ਹੋ ਸਕਦੇ। ਅਸੀਂ ਸੰਸਾਰ ਦੇ ਸਾਰੇ ਪ੍ਰਾਣੀ ਸਮਾਜਿਕ ਤੌਰ 'ਤੇ ਵਿਚਰਦੇ ਹਾਂ। ਜਦ ਕਦੇ ਕ੍ਰੋਧ ਦੀ ਸਥਿਤੀ ਉਤਪੰਨ ਹੁੰਦੀ ਹੈ, ਕ੍ਰੋਧ ਦੇ ਵੱਸ ਹੋ ਕੇ ਕਿਸੇ ਨੂੰ ਗਲਤ ਵਚਨ ਬੋਲਦੇ ਹਾਂ, ਉਹਦੇ ਤਿਰਸਕਾਰ ਭਰੇ ਮਾਣਹਾਨੀ ਭਰੇ ਵਚਨ ਬੋਲਦੇ ਹਾਂ, ਤਾਂ ਉਸ ਤੋਂ ਬਾਅਦ ਜੇ ਕੋਈ ਸਾਨੂੰ ਇਨਸਾਨ ਕਹੇ ਕਿ ਤੂੰ ਕ੍ਰੋਧ ਦੇ ਵੱਸ ਆ ਕੇ ਦੂਜੇ ਇਨਸਾਨ ਦਾ ਤਿਰਸਕਾਰ ਕੀਤਾ, ਨਰਾਦਰ ਕੀਤਾ, ਤਾਂ ਅਸੀਂ ਕਹਿੰਦੇ ਹਾਂ ਕਿ ਮੈਨੂੰ ਉਹਦੇ ਕਰਕੇ ਕ੍ਰੋਧ ਆਇਆ, ਉਹਨੇ ਕੁਝ ਐਸਾ ਕਿਹਾ। ਇਸ ਤਰ੍ਹਾਂ ਦਾ ਵਾਕ ਅਸੀਂ ਸਾਰੇ ਵਰਤਦੇ ਹਾਂ ਕਿ ਉਹਦੇ ਕਰਕੇ ਮੈਨੂੰ ਗੁੱਸਾ ਆਇਆ, ਕ੍ਰੋਧ ਆਇਆ। ਹੁਣ ਇਹ ਨੁਕਤਾ ਜੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਵਾਚਣ ਦਾ ਯਤਨ ਕਰੀਏ ਤਾਂ ਇਹਦੇ ਵਿੱਚ ਇੱਕ ਮਨੋਵਿਗਿਆਨਕ ਸੂਤਰ ਪਿਆ ਹੋਇਆ। ਜਦੋਂ ਅਸੀਂ ਕਹਿੰਦੇ ਹਾਂ ਕਿ ਦੂਜੇ ਕਰਕੇ ਗੁੱਸਾ ਆਇਆ, ਇਹਦਾ ਮਤਲਬ ਹੈ ਉੱਥੇ ਅਸੀਂ ਆਪਣੇ ਆਪ ਨੂੰ ਫਿਰ ਇੱਕ ਭੁਲੇਖੇ ਦੇ ਵਿੱਚ, ਇੱਕ ਭਰਮ ਦੇ ਵਿੱਚ ਰੱਖ ਰਹੇ ਹਾਂ। ਉਦਾਹਰਨ ਦੇ ਤੌਰ 'ਤੇ ਕ੍ਰੋਧ ਕਦੋਂ ਪੈਦਾ ਹੁੰਦਾ ਹੈ? ਜਦੋਂ ਅਸੀਂ ਸਮਝਦੇ ਹਾਂ ਕਿ ਸਾਡੀ ਹਸਤੀ ਦਾ ਕੁਝ ਅਪਮਾਨ ਹੋਇਆ ਅਤੇ ਉਹ ਹਸਤੀ ਅਸੀਂ ਹਉਮੈ ਦੇ ਆਧਾਰ 'ਤੇ ਖੜੀ ਕੀਤੀ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਅਸੀਂ ਵਿੱਦਿਆ ਪ੍ਰਾਪਤ ਕੀਤੀ ਹੋਵੇ ਅਤੇ ਉਸ ਵਿੱਦਿਆ ਕਰਕੇ ਸਾਡਾ ਕੋਈ ਰੁਤਬਾ ਹੋਵੇ ਅਤੇ ਕੋਈ ਸਾਡੀ, ਚਾਹੇ ਉਹ ਕਿਸੇ ਵੀ ਭਾਵਨਾ ਤਹਿਤ, ਚਾਹੇ ਬਦਲੇ ਦੀ ਭਾਵਨਾ ਤਹਿਤ, ਚਾਹੇ ਸ਼ਰਾਰਤ ਤਹਿਤ, ਚਾਹੇ ਕਿਸੇ ਵੀ ਢੰਗ ਦੇ ਨਾਲ ਉਹ ਸਾਨੂੰ ਕਦੇ ਕਹਿ ਦੇਵੇ ਤੂੰ ਅਨਪੜ੍ਹ ਹੈ ਜਾਂ ਤੇਰੀ ਵਿੱਦਿਆ ਪੜ੍ਹੀ ਕਿਸੇ ਕੰਮ ਨਹੀਂ ਹੈ। ਹੁਣ ਉਹ ਤਾਂ ਇਹ ਵਾਕ ਕਹਿ ਕੇ ਚਲਾ ਗਿਆ, ਹੋ ਸਕਦਾ ਉਹਨੇ ਵਾਕ ਪਤਾ ਨਹੀਂ ਕਿਹੜੀ ਮਨਸ਼ਾ 'ਚ ਕਹੇ ਨੇ। ਹੁਣ ਇਹ ਵਾਕ ਜਦੋਂ ਸੁਣ ਲਏ ਮਨੁੱਖ ਨੇ ਤਾਂ ਫਿਰ ਮਨੁੱਖ ਸਮਝਦਾ ਹੈ, ਫਿਰ ਆਪਣੀ ਹਸਤੀ ਦੇ ਨਾਲ ਉਹਦਾ ਟਕਰਾਅ ਦੇਖਦਾ ਹੈ ਕਿ ਮੈਂ ਗਿਆਨੀ ਹਾਂ, ਪੜ੍ਹਿਆ ਹੋਇਆ ਹਾਂ, ਮੈਨੂੰ ਇਸ ਇਨਸਾਨ ਨੇ ਇਹ ਵਾਕ ਕਹਿ ਦਿੱਤੇ, ਭਾਵੇਂ ਹੋ ਸਕਦਾ ਉਹਨੇ ਕਿਸੇ ਕਾਹਲੀ ਦੇ ਵਿੱਚ ਹੀ ਕਹਿ ਦਿੱਤੇ ਹੋਣ, ਪਰ ਇਸ ਸੁਣਨ ਵਾਲੇ ਨੇ ਉਹਨੂੰ ਬੜੀ ਗਹਿਰ ਗੰਭੀਰਤਾ ਦੇ ਨਾਲ ਲੈ ਲਿਆ, ਫਿਰ ਬਾਰ-ਬਾਰ ਸੋਚ ਗਿਆ। ਹੁਣ ਕ੍ਰੋਧ ਦੀ ਸਭ ਤੋਂ ਪਹਿਲੀ ਸਮੱਸਿਆ ਇਹ ਹੈ ਕਿ ਜਦੋਂ ਸਾਡੀ ਹਸਤੀ ਦਾ ਸਾਨੂੰ ਲੱਗਦਾ ਕਿ ਅਪਮਾਨ ਹੋ ਗਿਆ, ਫਿਰ ਸਾਡੇ ਸਾਰੇ ਵਿਚਾਰ ਉਹਦੇ ਦੁਆਲੇ ਗਰਦਸ਼ ਕਰਨ ਲੱਗ ਪੈਂਦੇ ਨੇ। ਫਿਰ ਜਿੰਨੇ ਕਿਹਾ ਵਿਚਾਰ ਫਿਰ ਉਹਦੇ ਜੀਵਨ ਦੇ ਅਵਗੁਣਾਂ ਵਾਲੇ ਪਾਸੇ ਫਿਰ ਸੋਚਣ ਲੱਗ ਪੈਂਦੇ। ਆਪਣਾ ਚਿੱਤ ਨਹੀਂ ਰਹਿੰਦਾ ਕਿ ਹੋ ਸਕਦਾ ਗਹਿਰਾਈ ਦੇ ਤਲ 'ਤੇ ਜਾ ਕੇ ਕਿਸੇ ਗੱਲ ਨੂੰ ਵਾਚ ਲਈਏ, ਪਰ ਜਿੰਨੇ ਵਾਕ ਕਹੇ ਨੇ ਉਹਦੇ ਪ੍ਰਤੀ ਤਿਰਸਕਾਰ ਉਪਜਣਾ ਸ਼ੁਰੂ ਹੋ ਜਾਂਦਾ ਹੈ। ਫਿਰ ਮਨੁੱਖ ਉਸ ਗੱਲ 'ਤੇ ਸਮਝਦਾ ਕਿ ਮੇਰੀ ਹਸਤੀ ਦਾ ਅਪਮਾਨ ਕਿਉਂ ਹੋ ਗਿਆ। ਇਸ ਕਰਕੇ ਕ੍ਰੋਧ ਦੇ ਉਪਜਣ ਦਾ ਪਹਿਲਾ ਕਾਰਨ ਹੈ ਕਿ ਮਨੁੱਖ ਜਦੋਂ ਇਹ ਸਮਝਣ ਲੱਗ ਪਵੇ ਕਿ ਮੇਰੀ ਮੈਂ ਨੂੰ, ਮੇਰੀ ਹਉਂ ਨੂੰ ਇਸ ਇਨਸਾਨ ਨੇ ਟਕੋਰਿਆ ਜਾਂ ਇਸ ਨੇ ਚੋਟ ਕੀਤੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਕ੍ਰੋਧ ਉਦੋਂ ਹੀ ਪੈਦਾ ਹੋ ਜਦੋਂ ਹਸਤੀ ਦਾ ਅਪਮਾਨ ਹੋਵੇ। ਇੱਕ ਪ੍ਰੇਰਣਾਤਮਕ ਗਾਥਾ ਆਪਦੇ ਸਨਮੁਖ ਰੱਖਾਂ। ਇਸ ਕਰਕੇ ਸਾਨੂੰ ਜਦੋਂ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਬਾਰ-ਬਾਰ ਕਰਾਉਂਦੇ ਨਾ ਕਿ ਉਸਤਤ ਨਿੰਦਾ ਤੋਂ ਉੱਪਰ ਉੱਠ ਜਾਓ, ਉਹਦਾ ਮਤਲਬ ਕੀ ਹੈ ਕਿ ਹੁਣ ਜਿਵੇਂ ਇੱਕ ਮਨੁੱਖ ਦੀ ਇੱਕ ਮਹੀਨਾ ਉਸਤਤ ਹੁੰਦੀ ਰਹੇ, ਜਿਹੜਾ ਮਨੁੱਖ ਉਹਨੂੰ ਮਿਲੇ ਉਹਨੂੰ ਸਲਾਮ ਕਰੇ, ਅਤੇ ਜੇ ਕਿਤੇ ਮਹੀਨੇ ਤੋਂ ਬਾਅਦ ਉਹ ਇਨਸਾਨ ਉਹਨੂੰ ਨਾ ਸਲਾਮ ਕਰਨ ਅਤੇ ਉਹਨੂੰ ਉਹ ਸਾਰੇ ਮਹੀਨੇ ਦਾ ਖਿਆਲ ਵਿਸਰ ਜਾਏਗਾ ਕਿ ਇੱਕ ਮਹੀਨਾ ਇਹ ਮੈਨੂੰ ਸਲਾਮ ਕਰਦੇ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਰਹੇ ਨੇ, ਅੱਜ ਨਹੀਂ ਬੁਲਾਈ, ਉਹਨੂੰ ਉਹੀ ਦਿਨ ਚੇਤੇ ਰਹੇਗਾ, ਪਿਛਲੇ ਦਿਨ ਚੇਤੇ ਨਹੀਂ ਰਹਿਣਗੇ। ਤਾਂ ਇਸੇ ਕਰਕੇ ਜਦੋਂ ਅਸੀਂ ਆਪਣੀ ਹਸਤੀ ਜਿੰਨਾ ਚੀਜ਼ਾਂ ਦੇ ਨਾਲ ਜੋੜਦੇ ਜਾਂਦੇ ਹਾਂ, ਫਿਰ ਜਦੋਂ ਉਹਨਾਂ ਦੇ ਉਲਟ ਥੋੜ੍ਹਾ ਵਾਪਰਦਾ ਹੈ
ਤਾਂ ਸਾਡੇ ਜੀਵਨ 'ਚ ਕ੍ਰੋਧ ਉਪਜਣਾ ਸ਼ੁਰੂ ਹੁੰਦਾ ਹੈ। ਤਾਂ ਪ੍ਰੇਰਨਾਤਮਕ ਗਾਥਾ ਇਸ ਪ੍ਰਕਾਰ ਹੈ ਕਿ ਕੋਈ ਕਿਸੇ ਜਗ੍ਹਾ ਪੂਰਨ ਪੁਰਖ ਬੈਠੇ ਹੋਏ ਸਨ, ਤਾਂ ਕੋਈ ਗੁਰਮੁਖ, ਕੋਈ ਇਨਸਾਨ ਕ੍ਰੋਧ ਭਾਵਨਾ ਦੇ ਵਿੱਚ ਉਹਨਾਂ ਦੇ ਕੋਲ ਆਇਆ। ਉਹਨੇ ਬੜੇ ਮੰਦੇ ਭਲੇ ਵਚਨ ਕਹੇ, ਅਤੇ ਮੰਦੇ ਭਲੇ ਵਚਨ ਕਹਿ ਕੇ ਉਹ ਇੱਥੋਂ ਤੱਕ ਨਾ ਟਲਿਆ, ਫਿਰ ਉਹਨੇ ਹੱਥਾਂ ਦੇ ਨਾਲ ਕੋਈ ਸੋਟਾ ਆਦਿਕ ਲੈ ਕੇ ਵੀ ਉਹਦੇ ਉੱਪਰ ਬੜੇ ਵਾਰ ਕੀਤੇ, ਫਿਰ ਚੰਗੀ ਤਰ੍ਹਾਂ ਉਹਨੂੰ ਮਾਰ ਕੁੱਟ ਕੇ ਚਲਾ ਗਿਆ। ਇੰਨੇ ਸਮੇਂ ਨੂੰ ਉਸ ਪੂਰਨ ਪੁਰਖ ਦਾ ਮੁਰੀਦ ਉਹਦੇ ਕੋਲ ਆ ਗਿਆ, ਕੋਈ ਉਹਦਾ ਚੇਲਾ ਆਦਿਕ। ਉਹ ਕਹਿਣ ਲੱਗਾ ਕਿ ਤੁਹਾਡੀ ਇਹ ਹਾਲਤ ਕਿਹਨੇ ਕੀਤੀ ਹੈ? ਤੁਹਾਡੇ ਸਰੀਰ 'ਤੇ ਜ਼ਖਮ ਨੇ, ਤੁਹਾਨੂੰ ਲੱਗਦਾ ਕਿਸੇ ਨੇ ਮਾਰਿਆ ਕੁੱਟਿਆ ਹੁੰਦਾ। ਤਾਂ ਉਹਨੇ ਜਵਾਬ ਦਿੱਤਾ, ਕਹਿੰਦਾ ਕ੍ਰੋਧ ਨੇ ਮਾਰਿਆ ਕੁੱਟਿਆ। ਜਦੋਂ ਉਹਨੇ ਇਹ ਗੱਲ ਕਹੀ, ਉਹਦਾ ਚੇਲਾ ਕਹਿਣ ਲੱਗਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਤੁਹਾਨੂੰ ਕ੍ਰੋਧ ਨੇ ਮਾਰਿਆ ਕੁੱਟਿਆ ਹੋਵੇ? ਕਹਿੰਦਾ ਇਸ ਤਰ੍ਹਾਂ ਤਾਂ ਕਦੀ ਹੋਇਆ ਨਹੀਂ ਕਿ ਕ੍ਰੋਧ ਨੇ ਕਦੇ ਕਿਸੇ ਨੂੰ ਮਾਰਿਆ ਹੋਵੇ। ਕਹਿੰਦਾ ਦਰਅਸਲ ਗੱਲ ਇਵੇਂ ਹੈ ਕਿ ਕੋਈ ਇਨਸਾਨ ਸੀ, ਉਹਦੇ ਮਨ 'ਚ ਮੇਰੇ ਪ੍ਰਤੀ ਕੋਈ ਵਿਰੋਧ ਭਾਵਨਾ ਸੀ, ਉਹ ਵਿਰੋਧ ਭਾਵਨਾ ਕ੍ਰੋਧ ਬਣ ਗਈ। ਪਹਿਲਾਂ ਉਹਨੇ ਮੰਦੇ ਭਲੇ ਵਾਹ ਕਹੇ, ਅਤੇ ਆਖਰ ਉਹਦੇ ਇੰਨੇ ਨਾਲ ਨਾ ਸਰਿਆ ਤਾਂ ਉਹਨੇ ਮੈਨੂੰ ਹਿੰਸਾ ਕੀਤੀ ਮੇਰੇ ਸਰੀਰ ਉੱਪਰ। ਇਸ ਕਰਕੇ ਮੈਂ ਉਸ ਨੂੰ ਜ਼ਿੰਮੇਵਾਰ ਨਹੀਂ ਮੰਨਦਾ। ਮੈਂ ਮੰਨਦਾ ਕਿ ਉਹਦੇ ਉੱਪਰ ਕ੍ਰੋਧ ਸਵਾਰ ਸੀ, ਇਸ ਕਰਕੇ ਮੈਂ ਤਾਂ ਇਹ ਵਾਹ ਕਹੇ ਕਿ ਕ੍ਰੋਧ ਨੇ ਮੈਨੂੰ ਮਾਰਿਆ, ਕ੍ਰੋਧ ਨੇ ਮੈਨੂੰ ਪਿੱਟਿਆ। ਤਾਂ ਉਹ ਕਹਿਣ ਲੱਗਾ ਕਿ ਇਹਦਾ ਤੁਹਾਨੂੰ ਉੱਤਰ ਦੇਣਾ ਚਾਹੀਦਾ ਸੀ। ਕਹਿੰਦਾ ਦਰਅਸਲ ਪਹਿਲਾਂ ਤਾਂ ਮੈਂ ਸੋਚਿਆ ਸੀ, ਜਦੋਂ ਬੁਰੇ ਵਚਨ ਮੈਨੂੰ ਆਖ ਰਿਹਾ ਸੀ, ਭੈੜੇ ਵਚਨ ਆਖ ਰਿਹਾ ਸੀ, ਸੋਚਿਆ ਤਾਂ ਸੀ ਕਿ ਇਹਦਾ ਜਵਾਬ ਦੇਵਾਂ। ਕਹਿੰਦਾ ਪਰ ਇਸੇ ਦੌਰਾਨ ਮੇਰੇ ਅੰਦਰ ਮੇਰੀ ਝਾਤ ਵੱਜ ਗਈ, ਤਾਂ ਮੈਨੂੰ ਸਮਝ ਆਇਆ ਕਿ ਇਹ ਤਾਂ ਅੱਗ ਦੇ ਵਿੱਚ ਬਾਲ ਹੀ ਰਿਹਾ, ਕ੍ਰੋਧ ਦੀ ਵਿੱਚ। ਜੇ ਇਹਦੀ ਅੱਗ ਨੂੰ ਮੈਂ ਆਪਣੀ ਅੱਗ ਦੇ ਨਾਲ ਬੁਝਾਉਣ ਦਾ ਯਤਨ ਕੀਤਾ ਤਾਂ ਇਹਦੀ ਅੱਗ ਬੁਝੇਗੀ ਨਹੀਂ। ਆਖਰ ਕਿੰਨਾ ਕੁ ਕਰ ਲਏਗਾ, ਕਿੱਥੋਂ ਤੱਕ? ਵੱਧ ਤੋਂ ਵੱਧ ਮੇਰੀ ਜਾਨ ਲੈ ਗਿਆ, ਇਸ ਤੋਂ ਵੱਧ ਕੁਝ ਨਹੀਂ ਕਰ ਸਕਦਾ। ਭਾਵੇਂ ਮੇਰੀ ਜਾਨ ਚਲੀ ਜਾਵੇ, ਇਹਦੀ ਕ੍ਰੋਧ ਦੀ ਅਗਨੀ ਸ਼ਾਂਤ ਹੋਣੀ ਚਾਹੀਦੀ। ਇਸ ਕਰਕੇ ਕਹਿੰਦਾ ਮੈਂ ਫਿਰ ਦੂਜੀ ਗੱਲ, ਕਹਿੰਦਾ ਦੂਜਾ ਨੁਕਤਾ ਮੈਨੂੰ ਇਹ ਸਮਝ ਆਇਆ ਕਿ ਇਹ ਤਾਂ ਅੱਜ ਕ੍ਰੋਧ ਦੇ ਵੱਸ ਹੋਇਆ ਅਤੇ ਮੈਨੂੰ ਇਹਨੇ ਕੁਝ ਇਸ ਤਰ੍ਹਾਂ ਅੱਗ ਕੀਤਾ ਹੈ। ਮੈਂ ਅਕਸਰ ਕਈ ਵਾਰੀ ਕ੍ਰੋਧ ਦੇ ਵੱਸ ਹੁੰਨਾ, ਮੈਂ ਪਤਾ ਨਹੀਂ ਕਿੰਨਿਆਂ ਦਾ ਅਪਮਾਨ ਕਰਦਾ ਹਾਂ, ਜਾਂ ਕ੍ਰੋਧ ਦੀ ਭਾਵਨਾ ਪਤਾ ਨਹੀਂ ਕਿੰਨੀ ਵਾਰੀ ਮੈਨੂੰ ਤੜਫਾਉਂਦੀ ਹੈ, ਮਾਰਦੀ ਪਿੱਟਦੀ ਹੈ ਅੰਦਰੂਨੀ ਰੂਪ ਦੇ ਵਿੱਚ। ਇਸ ਕਰਕੇ ਕਹਿੰਦਾ ਮੈਂ ਉਹਦਾ ਕੋਈ ਜਵਾਬ ਨਹੀਂ ਦਿੱਤਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾਉ ਪਰਜਤੇ। ਹੁਣ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸਾਰੇ ਝਗੜਿਆਂ ਦਾ ਮੁੱਢ ਹੈ ਜਦੋਂ ਮਨੁੱਖ ਸਮਝਦਾ। ਹੁਣ ਇਹਦੀ ਸਿਲਸਿਲਾ ਕਿਵੇਂ ਚੱਲਦਾ ਹੈ? ਆਰੰਭ 'ਚ ਗੱਲ ਕੀਤੀ ਸੀ ਕਿ ਜਦੋਂ ਮਨੁੱਖ ਸਮਝਦਾ ਹੈ ਕਿ ਮੇਰੀ ਹਸਤੀ ਦਾ ਅਪਮਾਨ ਹੋ ਗਿਆ, ਫਿਰ ਉਹ ਉਸੇ ਵਿਚਾਰ 'ਤੇ ਕੇਂਦਰਿਤ ਹੋ ਜਾਂਦਾ ਹੈ। ਫਿਰ ਜਿਸ ਤਰ੍ਹਾਂ ਦਾ ਉਹ ਇਨਸਾਨ ਪਹਿਲਾਂ ਉਹਦੀ ਕੰਸੈਪਸ਼ਨ ਵਿੱਚ ਹੁੰਦਾ ਹੈ, ਉਵੇਂ ਦਾ ਨਹੀਂ। ਫਿਰ ਉਹਦੇ ਨਾਲ ਲੜੀ ਜੋੜਦਾ। ਜਿਵੇਂ ਅੱਜ ਇੱਕ ਵਾਕ ਕਹਿ ਦਿੱਤਾ ਕਿ ਤੂੰ ਅਗਿਆਨੀ ਹੈ, ਇਸ ਵਾਕ ਦੇ ਨਾਲ ਉਹਨੇ ਲੜੀ ਖਾਣੀ ਸ਼ੁਰੂ ਕਰ ਦਿੱਤੀ। ਇਸ ਕਰਕੇ ਕ੍ਰੋਧ ਸਭ ਤੋਂ ਪਹਿਲਾਂ ਖਾਰ ਦੇ ਰੂਪ ਵਿੱਚ ਵਿਚਾਰਾਂ ਵਿੱਚ ਉਤਰਦਾ ਹੈ ਕਿ ਜਿੰਨੇ ਕਹਿ ਦਿੱਤਾ ਉਹਦੇ ਪ੍ਰਤੀ ਖਾਰ ਵਿਰੋਧਾਭਾਸ ਵਿਚਾਰ ਉਤਪੰਨ ਲੱਗ ਪੈਂਦੇ ਨੇ। ਫਿਰ ਮਨੁੱਖ ਬੜੀ ਬਾਰੀਕੀ ਨਾਲ ਮਗਰ ਜਾਂਦਾ ਹੈ, ਇਹਨੇ ਪਹਿਲਾਂ ਵੀ ਕਿਤੇ ਨਾ ਕੋਈ ਐਸਾ ਵਾਕ ਕਿਹਾ ਹੋਣਾ ਜਿਹੜਾ ਮੈਨੂੰ ਅੱਜ ਗਲਤ ਕਹਿ ਕੇ ਗਿਆ। ਫਿਰ ਮਨੁੱਖ ਨਾ ਵੀ ਹੋਵੇ ਤਾਂ ਵੀ ਵਾਕ ਸਿਰਜ ਲੈਂਦਾ ਹੈ। ਫਿਰ ਬਹੁਤ ਪਿੱਛੇ ਜਾਂਦਾ, ਫਿਰ ਬਹੁਤ ਸਾਰੇ ਵਿਚਾਰਾਂ ਦੀ ਲੜੀ ਬਣਾ ਲੈਂਦਾ ਹੈ ਅਤੇ ਨਿਰਣਾ ਕੱਢ ਲੈਂਦਾ ਕਿ ਇਹਨੇ ਅੱਜ ਨਹੀਂ, ਇਹਨੇ ਅੱਗੇ ਵੀ ਕਈ ਵਾਰੀ ਮੇਰਾ ਅਪਮਾਨ ਕੀਤਾ ਹੈ। ਤਾਂ ਫਿਰ ਜਦੋਂ ਉਹ ਲੜੀ ਬਾਰ-ਬਾਰ ਖਿਆਲ ਮਨ 'ਤੇ ਪ੍ਰਭਾਵੀ ਰਹਿੰਦੇ ਨੇ, ਤਾਂ ਫਿਰ ਖਾਸ ਤੌਰ 'ਤੇ ਇਸ ਨੂੰ ਵਿਗਿਆਨੀ ਵੀ ਦੱਸਦੇ ਹਨ ਜਾਂ ਰਿਸ਼ੀ ਮੁਨੀ ਵੀ ਦੱਸਦੇ ਹਨ ਕਿ ਜਦੋਂ ਕ੍ਰੋਧ ਦੇ ਸੰਬੰਧੀ ਕੋਈ ਮਨੁੱਖ 7 ਮਿੰਟ ਵੀ ਚਿੰਤਨ ਕਰ ਲਵੇ, ਕਿ ਮਤਲਬ ਕਿਸੇ ਦੇ ਵਿਰੋਧ ਵਿੱਚ ਤੁਹਾਡੇ ਖਿਆਲ 7 ਮਿੰਟ ਕਿਤੇ ਤੁਹਾਡੇ ਅੰਦਰ ਚੱਲਦੇ ਰਹਿਣ, ਤਾਂ ਯਕੀਨਨ ਹੈ ਉਹ ਕ੍ਰੋਧ ਤੁਹਾਡਾ ਜ਼ਰੂਰ ਹਿੰਸਾ ਬਣੇਗਾ ਹੀ ਬਣੇਗਾ। ਇਸੇ ਕਰਕੇ ਭਗਵਤ ਗੀਤਾ ਦੇ ਵਿੱਚ ਨਾ ਕ੍ਰੋਧ ਨੂੰ ਨਰਕ ਦੁਆਰ ਕਿਹਾ ਗਿਆ। ਉਹਦੇ ਵਿੱਚ ਕਿਹਾ ਕਿ ਜਿਹੜਾ ਕ੍ਰੋਧ ਹੈ ਸਮੋਹਨ ਤੋਂ ਉਪਜਦਾ ਹੈ। ਸਮੋਹਨ ਤੋਂ ਸਿਮਰਤੀ ਮਤਲਬ ਹੜਬੜਾਉਂਦੀ ਹੈ, ਯਾਦ ਨਹੀਂ ਰਹਿੰਦਾ ਕਿ ਜਿਹਦੇ ਨਾਲ ਕ੍ਰੋਧ ਵਿਅਕਤ ਕਰ ਰਹੇ ਉਹ ਕਿਹੋ ਜਿਹਾ ਹੈ। ਜਦੋਂ ਸਿਮਰਤੀ ਹੜਬੜਾਉਂਦੀ ਹੈ ਤਾਂ ਫਿਰ ਬੁੱਧੀ ਦਾ ਵਿਨਾਸ਼ ਹੁੰਦਾ ਹੈ, ਅਤੇ ਜਦੋਂ ਬੁੱਧੀ ਦਾ ਵਿਨਾਸ਼ ਹੋ ਜਾਂਦਾ ਹੈ ਫਿਰ ਭਾਵੇਂ ਜੀਵਨ ਦਾ ਜਿੱਡਾ ਵੱਡਾ ਮਰਜ਼ੀ ਕੋਈ ਕਰਮ ਕਰ ਲਿਆ ਜਾਵੇ ਉਹ ਸੰਭਵ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਹੀ ਕਲ ਮੂਲ ਕ੍ਰੋਧੰ ਕਦੰਚ। ਹੁਣ ਜਿਸ ਇਨਸਾਨ ਨੇ ਅਪਮਾਨ ਕਰ ਦਿੱਤਾ ਉਹਦੇ ਸੰਬੰਧੀ ਫਿਰ ਯਾਦ ਕਰਨ ਲੱਗ ਪੈਂਦਾ, ਮਨੁੱਖ ਜ਼ੋਰ ਲਗਾਉਣ ਲੱਗ ਪੈਂਦਾ ਕਿ ਇਹਨੇ ਕਦੋਂ ਕਦੋਂ ਅਪਮਾਨ ਕੀਤਾ। ਫਿਰ ਉਹਦੀ ਲੜੀ ਬਣਾ ਲੈਂਦਾ ਅਤੇ ਆਪਣੇ ਅੰਦਰ ਰੱਖ ਲੈਂਦਾ। ਇਹਨੂੰ ਕਹਿੰਦੇ ਨੇ ਖੁਣਸ ਦੀ ਭਾਵਨਾ, ਕਿ ਅੱਜ ਇਹਨੇ ਅਪਮਾਨ ਕੀਤਾ, ਹੁਣ ਇਹਦਾ ਬਦਲਾ ਜ਼ਰੂਰ ਲਵਾਂਗਾ। ਇਹ ਖੁਣਸ ਬਣਦੀ ਜਾਂਦੀ ਹੈ।
बड़े दिन मनुख के अंदर चलती रहिंदी है। इस करके संसार दे तां करके पंज गुरबाणी च वाक है, हंस हेत लोभ कोप चारे नदियाँ, अग के अग दियाँ नदियाँ ने, इन्हां विच मनुख जलदा रहिंदा है। हुण जिहड़ा बंदा खुणस विच जल रिहा उहनूं नहीं पता मैं जल रिहा, उहदे लई वो सुखदाई भाव है। तो वो इस भावना विच जदों खुणस अगे वधदी है, खुणस वक्ती हुंदी है कि हो सकदा खुणस किसी पੱਧਰ ते मिट जाए। जदों खुद यही खुणस नफरत विच प्रवृत्त हो जाती है तो फिर मनुख की जिहड़ी देह रसायणिक क्रिया है वो बदलती है। फिर उहदे अंगां दे विच ये हरकत होण लग पैंदी है। फिर वो इस मौके की तलाश विच भी जाण लग पैंदी है। जदों कोई ऐसा मौका बने जिस इंसान ने मेरा अपमान किया उहदा अपमान कर दिता जाए, फिर इस तरह की वो भाल विच रहिंदा। इस करके जिहड़ा क्रोध है ये तिन्नां विकारां ते आश्रित है। असीं पंज विकार कहने आ, ये तिन्नां विकारां ते आश्रित है। किवें? सब तो पहलां जदों मनुख दे अंदर काम वासना उत्पन्न होवे, कल काम के संबंध विच बड़े विस्तार विच आप जी नाल गल होई। मनुख दे अंदर काम वासना की उत्पत्ति हुई है, जिहदे नाल जुड़ के वासना की पूर्ति करनी चाहुंदा, अगर उन्हें इनकार कर दिता जां उहदी पूर्ति दे विच किसी दूजे ने अड़चन पा दित्ती तो जिन्हें अड़चन पाई है जां जिन्हें इनकार किया उहदे ते क्रोध अवश्य आएगा ही आएगा। इसे करके जिवें असी आले दुआले च कुछ घटनावां सुणदे हाँ तो वो देखण च बड़ियां सरल हुंदियां ने, पर उहदे विच देखण चाहुंदा है कि जिवें बहुत गिरावट तक मनुख जांदा है। इहदा मतलब काम दे नाल क्रोध भी जदों सांझे जुड़ जांदे ने फिर ये अपना सब तो भयानक रूप प्रगट करदे ने। इस करके पहलां जिहड़ा काम है, जिहड़ा क्रोध है, ये काम ते आश्रित है कि काम की भावना नूं व्यक्त कर लग्या अगर अगों कोई इनकार हो गया जां कोई बाधा पै गई तो जिन्हें बाधा पैदा की उहदे ते क्रोध आ जाएगा। दूजा ये विकार है लोभ ते आश्रित, कि उदाहरण के तौर पर लोभ करके किसी का धन चुराउणा चाहुंदा सी, हड़पना चाहुंदा सी जां किसी तरीके नाल उहदा अपहरण करना चाहुंदा सी। जिसने लोभ दे विच अड़चन पैदा कर दित्ती है उहदे ते भी क्रोध अवश्य आएगा ही आएगा। इस करके दुनिया दे विच कई बारी देखिया कि जिहड़े चोर आदक ने बहुती बारी कतल भी कर जाते हैं। क्यों? क्योंकि चोर दे अंदर लोभ भावना पैदा हुई तो जिस किसी कानून के रक्षक ने उन्होंने बचाउणा चाहया, रोकना चाहया, उहदा ही कतल कर दिता। इस करके जिहड़ा क्रोध है ये लोभ ते भी आधारित है। अगे जाके क्रोध अहंकार ते भी आधारित हुंदा है। ये बड़ी सूखम गल, जिवें शुरू च गल की ना सलाम, जिवें राजनीतिक किस्म के लोग होंदे ने, मन च एक अपेक्षा रख के चलते हैं कि जिधरों असीं गुजरांगे सारे सानू सलाम करनगे। तो कई बारी कुछ जिहड़े इखलाकी पੱਧਰ ते जीवन वाले इंसान ने वो कोई बहुत ही सत नमस्ते नहीं करते, तो उत्थे भी मान लेंदे ने मेरी हस्ती का अपमान किया, इहनूं नौकरी तो बरतरफ कर दिता जाए। इस करके तिन्नां पੱਧਰਾਂ ते जिहड़ा क्रोध है ये तिन्नां इन्हां विकारां दे नाल संबंध बना के चलदा। तो इस प्रकार गुरु साहब जी कहते हे कल मूल क्रोधं कदंच करुणा नाउ परजते। तो इस प्रकार कहते किसी लेखक ने क्रोध नूं निवारण का ढंग आप दे सन्मुख कहते किसी लेखक ने अखबार दे अंतोन चैखव के जीवन की शायद गल है कि उन्हें किसी अखबार दे विच कोई लेख लिखिया, किसी लेख पाठक ने उहदा वो लेख पढ़िया। लेख पढ़न तो बाद उन्हें की होया कि जिस पाठक ने लेख पढ़िया उहदा अखबार दे विच उन्हें उन्होंने बड़ी उहदी लेख दे बारे बड़े माड़ियां गल्लां आखियां, बड़ियां भैड़ियां गल्लां लिख के उन्होंने एक पत्र लिखिया, बड़ियां गालां आदि भी उहदे विच लिख दित्तियां। जदों उस लेखक कोलों वो पत्र पहुंचिया पाठक दा, उन्हें पढ़िया तो उन्होंने पढ़दे सार उहदे अंदर इन्ना क्रोध उत्पन्न होया, उन्हें उहदे नालों 10 गुणा वध गालां लिखियां एक कागज़ के उपर जवाब देण दे लई। किते किसी कारण देरी हो गई जवाब चिट्ठी पाउण दे विच, तुरंत अगले दिन जदों फिर उस चिट्ठी नूं वाचण बैठा, बड़ा शर्मसार होवे कि ये सारियां गालां जां ये माड़े वचन जां ये भैड़ियां गल्लां क्रोध भरियां गल्लां मैं लिखियां ने। उस गल्लां नूं कट्टण लग पिया भी इहदे विचों किहड़ियां ज़्यादा भयंकर ने। कटदा गया थोड़े जे रह गए, कहंदा अज नहीं कल उहनूं पत्र वापस भेजांगा। तीजे दिन फिर बैठा, फिर बड़ा हैरान कि ये वाक कल वाले मेरे ने जिहड़े मैं कट वढ़ के इन्ने कीते ने। फिर उसनूं कटदा गया थोड़े जे वाक रह गए। चौथे दिन तक जांदे वो सारे ही वाक मिट गए। फिर उन्हें 2 लाइनां दे विच जवाब लिखिया, कहण लगा
मैं लिखदा जरूर हाँ मैं पर पक्का लेखक नहीं हाँ। अगर तैनू मेरी लिखणी दे विच कोई कमी नज़र आई है तो तू मैं तेरे सारे बोल प्रवान करदा हाँ, पर हुण मैनू मेरी कमी तो भी जाणू करवा देवे ताकि मैं कमी सुधार लवां ते दोबारा तैनू इहो जे वचन ना कहने पैण। उन्हें ये 2 वाक लिख के उन्होंने पाठक नूं भेज दिता जवाब चिट्ठी दा। जदों पाठक नूं चिट्ठी दा जवाब पहुँचया वो बड़ा खुश होया तो उन्हें दोबारा जवाब भेजा, कहंदा मैं तैनूं मिलना चाहुंदा। वो दोनों मिले तो पाठक ने किहड़ी अगे गल कही, कहंदा दरअसल तेरी लिखणी मैनूं बड़ी चंगी लगी सी, मैं सोचा एडना वधिया लिखदा है, मतलब इवें समझ लो कि क्रोध के उपर एडा वधिया लैक्चर दिता है, ਇਹਦਾ अपना भी क्रोध के उपर जबत कुछ हैगा कि नहीं हैगा। कहंदा इनू मैं टैसट करन दे लई तां तैनूं माड़े वचन लिख के भेजे सन कि क्रोध ते तां तूं 40-45 मिनट लिख लिया जां बोल लिया, पर ये अपने जीवन च भी तेरा कोई संयम है जां नहीं। तो कहंदा इस करके मैं तैनूं उस तरह के वचन भेजे सन, जे तेरा जवाब क्रोध विच आ जांदा तां मैं समझना सी कि तेरी लेखणी जिहड़ी है ये झूठी है, ये बेअर्थ है, क्योंकि तू खुद इहदा कोई अनुभव नहीं कमाया होया। तो इस प्रकार गुरु साहब जी कहंदे हे कल मूल क्रोधं कदंच, किसी पूर्ण पुरख दे कोल कोई इंसान गया, कहंदा कि क्रोध तो छुटना चाहुंदा हाँ, कोई ढंग दसो। कहंदा पृथ्वी नूं देख लै। कहंदा जी देख रहा। कहंदा नहीं गौर नाल देख लै ना, इनू शायद तैनूं समझ आवे क्रोध तो किवें छुटकना है। वो बड़ा चिर उहदे वल देखदा रहा, कहंदा मैनूं कुछ समझ नहीं आया। दरअसल महात्मा फिर वो पूर्ण पुरख उठिया, उन्हें कुछ फुੱਲ लिया के उस जमीन ते लगा दिते, फिर थोड़े बाद उसी जगह ते कूड़ा लिया के सुट दिता। इस तरह उन्हें 2-3 घटनावां कीतियां। वो कहण लगा देख इत्ते फुੱਲ लाए, पृथ्वी नूं कोई फर्क नहीं, इहदे ते कूड़ा सुट्टिया, इनू कोई फर्क नहीं, मतलब इहदी हस्ती अलेप है। इस प्रकार जे तेनू उस्तत की कामना रहेगी तो जे उस्तत मंगेगा तो किसी दिन निंदिया भी होएगी, जो निंदिया होएगी तो क्रोध उपजेगा। इस करके उस्तत निंदिया तो पार चले जाए, किसी ने अपमान कर दिता तां कि जे ना कर दिता तां कि, इस करके इस गल के संयम विच रह। तो गुरु साहब जी कहंदे हे कल मूल क्रोधं कदंच, ये जदों पैदा हुंदा, हुण एक दिन च नहीं पैदा हुंदा, कई बारी खुद अपने अनुभव दे विच देखिया कि जदों कदे किसी प्रति, जिवें उदाहरण के तौर पर मैं आप वार्तालाप करां तो विरोधाभासी ख्यालों नूं थोड़ा दूर रखीदा है कि किसी की हस्ती का विरोध सुन रहे हो जां कर रहे हो तो यदा मतलब है कि क्रोध नूं तुसीं अपने अंदर जन्म देना शुरू कर दिता है। वो अवगुणा का होर पता चल गया जां उहदा कुछ होर पता चल गया तो विरोधाभासी विचार बन जाणगे तो वो तुहाडे मन मस्तिष्क के प्रभाव पाउणगे, तुहाडी बोलणी दे विच, तुहाडे व्यवहार दे विच स्वै विरोध आ जाएगा। हुण मनुख निंदिया करदा है, हुण क्रोध ये सारे विकारां दा ना आपस दे विच संबंध जिहा जुड़दा है। जिवें उदाहरण के तौर पर किसी का अपमान किया, खुद उहदा अपमान नहीं कर सकिया, फिर क्रोध की भावना नूं निंदिया दे नाल व्यक्त करदा है बंदा कि चल मैं हुण सरीरक तौर पर तुहानूं मार नहीं सकदा, तगड़ा है मेरे नालों, फिर जिथे किथे बैठा उहदी निंदिया कर लग पवां, उहदा इस तरह का कुछ कर लग पवां, क्योंकि फिर अपने अंदर जिहड़ी विरोध की भावना है उन्होंने खुराक तो थोड़ी बहुती किसी न किसी पद्धर की देनी है। और दूजी गल, क्रोध पैदा होने के भी कुछ कारण ने, ये कारण इवें ने, जिवें उदाहरण के तौर पर कि असी जदों अपने आप नूं किसी चीज़ां दे विच फिक्स कर लैंदे आ तो फिक्स करन तो बाद जदों कोई उहदे नाल आम व्यवहार कर दिंदा है तो उदों क्रोध पैदा हुंदा। जिवें उदाहरण के तौर पर असी अपने आप नूं उच्च अधिकारी मन लईए, जम्मण समय उच्च अधिकारी नहीं बने, जवानी विच भी उच्च अधिकारी नहीं बने, उच्च अधिकारी तो जिंदगी के 40-42 साल दे विच आके बने, तो पर सानू किसी ने आम समझ के कोई वाक कह दिता, असी अपने उच्च अधिकारी वाले शैल दे विच कैद हाँ, तो सानू अपनी हस्ती दे उल्ट एक गल लग रही है तो असी उहदे करके, इस करके जदों बंदा किसी शैल का गुलाम हुंदा है उदों भी क्रोध की भावना व्यक्त हुंदी है। और दूजा कारण, जदों मनुख अवगुण करदा है तो अवगुणा नूं छुपा के करदा है जां संसार तो लुका के करदा है, तो कोई सुहिरद इंसान किसी उस अवगुण तो पर्दा चुक देवे तां भी क्रोध आउंदा है। इस प्रकार जदों असीं कूड़ ते आधारित जीवन जिउं रहे हुंदे, हुण जिवें कई वारी कई सतसंगियां ने इस तरह का जिक्र किया जी आह गल सानूं लग गई, तो मैं कहा जी फर्श पद्धरा होवे ना तो उत्ते पानी रोड़ीए तो लास्ट तक जांदा है,
ਜੇ ਵਿੱਚ ਫਰਸ਼ ਦੇ ਕੋਈ ਟੋਵਾ ਹੋਵੇ ਨਾ, ਥੋੜ੍ਹਾ ਬਹੁਤ ਥੋੜ੍ਹੀ ਖਾਈ ਹੋਵੇ ਤਾਂ ਪਾਣੀ ਉੱਥੇ ਰੁਕ ਜਾਂਦਾ। ਇਹਦਾ ਮਤਲਬ ਤੁਹਾਡੇ ਜੀਵਨ 'ਚ ਜਾਂ ਸਾਡੇ ਜੀਵਨ 'ਚ ਇਸ ਪੱਧਰ 'ਤੇ ਕੋਈ ਘਾਟ ਹੋਵੇਗੀ ਤਾਂ ਸਾਨੂੰ ਉਹ ਗੁਰਬਾਣੀ ਦਾ ਉਪਦੇਸ਼ ਐਂ ਲੱਗ ਰਿਹਾ ਵੀ ਮੈਨੂੰ ਹੀ ਕਿਹਾ ਹੋਇਆ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ, ਹੇ ਕਲ ਮੂਲ ਕਰੋਧੰ ਕਦੰਚ, ਹੇ ਕਰੋਧ ਤੂੰ ਇਤਨਾ ਭੈੜਾ ਹੈ ਕਿ ਜੀਵ ਦੇ ਹਿਰਦੇ ਵਿੱਚ ਦਇਆ ਨਹੀਂ ਰਹਿਣ ਦਿੰਦਾ। ਹੁਣ ਕਈ ਵਾਰੀ ਦੇਖਿਆ ਆਪ ਜੀ ਕਦੇ ਆਲੇ ਦੁਆਲੇ 'ਚੋਂ ਖਬਰਾਂ ਐਸੀਆਂ ਸੁਣਦੇ ਹੋਵੋਗੇ ਕਿ ਛੋਟੇ ਬੱਚੇ ਦੀ ਇੱਕ ਵੱਡੀ ਉਮਰ ਵਾਲੇ ਨੇ ਹੱਤਿਆ ਕਰ ਦਿੱਤੀ, ਜਾਂ ਇੱਥੋਂ ਤੱਕ ਕਿ ਆਪਣੇ ਮਾਤਾ ਪਿਤਾ ਦੀ ਹੱਤਿਆ ਕਰ ਦਿੱਤੀ। ਇਸ ਤਰ੍ਹਾਂ ਦੇ ਵੀ ਵਾਕ ਅਸੀਂ ਸੁਣਦੇ ਹਾਂ। ਹੁਣ ਇਹਦਾ ਕਾਰਨ ਕੀ ਹੈ? ਇਸੇ ਕਰਕੇ ਸੰਸਾਰ ਦੇ ਸਿਆਣੇ ਵਿਦਵਾਨਾਂ ਦਾ ਕਹਿਣਾ ਕਿ ਕਰੋਧ ਉਹ ਅੱਗ ਹੈ ਜਿਹੜੀ ਮਨੁੱਖ ਆਪੇ ਬਾਲਦਾ ਹੈ ਅਤੇ ਆਪੇ ਉਸ ਦੇ ਵਿੱਚ ਸੜਦਾ ਹੈ, ਪਰ ਦੋਸ਼ ਹਮੇਸ਼ਾ ਦੂਜੇ ਨੂੰ ਦਿੰਦਾ। ਔਰ ਇਹ ਅੱਗ ਬਹੁਤੇ ਲੰਮੇ ਸਮੇਂ ਦੀ ਨਹੀਂ ਹੁੰਦੀ। ਇਹ ਤ੍ਰਿਸ਼ਨਾ ਵਰਗੀ ਨਹੀਂ ਹੈ ਕਿ ਸਾਰੀ ਜ਼ਿੰਦਗੀ ਜਲਦੀ ਰਹੇਗੀ। ਜ਼ਿੰਦਗੀ 'ਚ ਕਿਤੇ 2-3 ਸੈਕਿੰਡ। ਔਰ ਕਰੋਧ ਦਾ ਇੱਕ ਪੱਖ ਇਹ ਵੀ ਹੈ, ਸਦਾ ਤੁਸੀਂ ਕਰੋਧ ਦੇ ਵਿੱਚ ਨਹੀਂ ਰਹਿ ਸਕਦੇ। ਤੁਹਾਨੂੰ ਖੁਦ ਨੂੰ ਪਛੇਮਾਨੀ ਹੋਣ ਮੋਹ ਦੇ ਵਿੱਚ ਬੰਦਾ ਕਾਫੀ ਸਮਾਂ ਗੁਜ਼ਾਰ ਸਕਦਾ, ਸਾਰਾ ਦਿਨ ਵੀ ਮੋਹ ਦੇ ਵਿੱਚ ਪ੍ਰਵਿਰਤ ਰਹਿ ਸਕਦਾ ਕਿ ਹਰ ਵੇਲੇ ਬੱਚਿਆਂ ਇਸਤਰੀ ਦੇ ਨੇੜੇ ਬੈਠਾ ਰਹੇ। ਹੰਕਾਰ ਦੇ ਵਿੱਚ ਵੀ ਸਾਰਾ ਦਿਨ ਬੈਠਾ ਰਹਿ ਸਕਦਾ ਕਿ ਐਵੇਂ ਲੋਕਾਂ ਨੂੰ ਦਬਕੇ ਜੇ ਮਾਰੀ ਜਾਏ। ਜਿਹੜਾ ਲੋਭ ਹੈ ਉਹਦੇ ਵਿੱਚ ਵੀ ਸਾਰਾ ਦਿਨ ਰਹਿ ਸਕਦਾ ਹੈ ਕਿ ਸਾਰਾ ਦਿਨ ਲੋਕਾਂ ਦਾ ਧਨ ਚੁਰਾਉਣ ਬਾਰੇ ਸੋਚੀ ਜਾਵੇ। ਇਸੇ ਪ੍ਰਕਾਰ ਕਾਮ ਦੀ ਵਾਸਨਾ ਦੇ ਵਿੱਚ ਵੀ ਸਾਰਾ ਦਿਨ ਬੰਦਾ ਲਿਪਤ ਰਹਿ ਸਕਦਾ, ਕਰੋਧ ਵਿੱਚ ਨਹੀਂ ਰਹਿ ਸਕਦਾ। ਕਰੋਧ ਐਸਾ ਭਿਅੰਕਰ ਵਿਕਾਰ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਦਾ ਮੁੱਖ ਨੁਕਸਾਨ ਗੁਰੂ ਸਾਹਿਬ ਜੀ ਨੇ ਕੀ ਗਿਣਾਇਆ? ਕਰੁਣਾ ਨਾ ਉਪਰਜਤੇ। ਗੁਰਬਾਣੀ 'ਚ ਨਾ ਸਤਿਗੁਰੂ ਕੇ ਪਾਵਨ ਵਾਕ ਨੇ, ਉਹਨਾਂ ਪਾਸ ਦੁਆਸ ਨਾ ਪਿੱਟੀ ਹੈ ਜਿਨ੍ਹਾਂ ਅੰਤਰ ਕਰੋਧ ਚੰਡਾਲ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਰੋਧ ਮਨੁੱਖ ਨੂੰ ਚੰਡਾਲ ਬਣਾ ਦਿੰਦਾ ਹੈ, ਅਤੇ ਜਿਹੜਾ ਇਹਦੇ ਵੱਸ ਵਿੱਚ ਰਹਿੰਦਾ ਹੈ ਉਹਦੇ ਨਿਕਟ ਕਦੀ ਉਹਦਾ ਸੰਗ ਨਹੀਂ ਕਰਨਾ ਚਾਹੀਦਾ। ਇਸ ਕਰਕੇ ਮੈਡੀਕਲ ਸਾਇੰਸ ਵੀ ਇਹ ਗੱਲ ਆਖਦੀ ਹੈ ਕਿ ਜਿਹੜਾ ਬੰਦਾ 7 ਤੋਂ ਲੈ ਕੇ 10 ਸੈਕਿੰਡ ਤੱਕ ਕਰੋਧ ਵਿੱਚ ਰਹਿੰਦਾ ਹੈ, ਉਹਦੇ 72 ਘੰਟੇ ਤੱਕ ਉਹਦੇ ਸਰੀਰ ਦੀਆਂ ਜਿਹੜੀਆਂ ਰਸਾਇਣਿਕ ਕਿਰਿਆਵਾਂ ਨੇ ਉਹ ਠੀਕ ਤਰੀਕੇ ਨਾਲ ਨਹੀਂ ਚੱਲਦੀਆਂ। ਉਹਨਾਂ ਦੇ ਅੰਦਰ ਇੱਕ ਬਹੁਤ ਤੀਬਰ ਤੇਜ਼ੀ ਆ ਜਾਂਦੀ ਹੈ, ਜਿਹਦੇ ਕਰਕੇ ਰੋਗਾਂ ਨੂੰ ਜਨਮ ਪੈਦਾ ਹੁੰਦੇ ਨੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਰੁਣਾ ਨਾ ਉਪਰਜਤੇ। ਇਹ ਮਨੁੱਖ, ਜਦੋਂ ਤੂੰ ਮਨੁੱਖ ਦੇ ਉੱਪਰ ਸਵਾਰ ਹੋ ਜਾਂਦਾ ਫਿਰ ਦਇਆ ਨਹੀਂ ਪੈਦਾ ਹੋਣ ਦਿੰਦਾ, ਫਿਰ ਨਹੀਂ ਵਿਚਾਰਨ ਦਿੰਦਾ ਕਿ ਅਗਲਾ ਕਿਸ ਹਸਤੀ ਦਾ ਹੈ। ਫਿਰ ਤੂੰ ਜੋ ਉਹਦੇ ਮਨ ਵਿੱਚ ਆਉਂਦੀ ਹੈ ਉਸੇ ਕਰਕੇ ਤੂੰ ਵਿਅਕਤ ਕਰਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ, ਹੇ ਕਲ ਮੂਲ ਸਾਰੇ ਝਗੜਿਆਂ ਦਾ ਮੁੱਢ ਕਰੋਧ ਹੈ। ਇਸ ਕਰਕੇ ਆਪਣੀ ਹਸਤੀ ਨੂੰ ਕਦੇ ਕਿਸੇ ਭਾਵ ਦੇ ਵਿੱਚ ਇਸ ਤਰ੍ਹਾਂ ਦਾ ਨਾਂ ਰੱਖੀਏ ਕਿ ਅਸੀਂ ਇਸ ਤਰ੍ਹਾਂ ਦੇ ਹੈ, ਕਿਉਂਕਿ ਜਿੰਨੀ ਵਾਰੀ ਆਪਣੇ ਆਪ ਨੂੰ ਕਿਸੇ ਰੁਤਬਿਆਂ ਅਹੁਦਿਆਂ ਦੇ ਨਾਲ ਜੋੜਾਂਗੇ, ਜਦੋਂ ਕਦੇ ਉਹਦਾ ਅਪਮਾਨ ਜਾਂ ਕੁਝ ਉਹਦੇ ਪ੍ਰਤੀ ਇਸ ਤਰ੍ਹਾਂ ਦਾ ਵਾਪਰ ਗਿਆ ਤਾਂ ਸਾਨੂੰ ਉਹਦੇ ਪ੍ਰਤੀ ਆਕਰੋਸ਼ ਉਪਜੇਗਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਰੁਣਾ ਨਾ ਉਪਰਜਤੇ, ਦਇਆ ਨਹੀਂ ਪੈਦਾ ਹੋਣ ਦਿੰਦਾ। ਹੁਣ ਧਰਮ ਦਾ ਮੂਲ ਕੀ ਹੈ? ਧਰਮ ਦਾ ਮੂਲ ਹੈ ਦਇਆ। ਹੁਣ ਜੇ ਅਸੀਂ ਧਰਮੀ ਹੋਣਾ ਤਾਂ ਸਾਨੂੰ ਕਰੋਧ ਦੀ ਜਿਹੜੀ ਅਲਾਮਤ ਹੈ ਇਹਦੇ ਤੋਂ ਛੁਟਕਾਰਾ ਪਾਉਣਾ ਪਏਗਾ। ਅਤੇ ਫਿਰ ਇਹਦਾ ਛੁਟਕਾਰਾ ਕਿਵੇਂ ਪਏਗਾ? ਇਹਦੇ ਲਈ ਇੱਕ ਮੈਨੂੰ ਬਜ਼ੁਰਗਾਂ ਦੇ ਵਾਕ ਕਥਨ ਆਉਂਦੇ ਨੇ, ਕਹਿੰਦੇ ਕਿਸੇ ਦਾ ਬੋਲ ਕਬੋਲ ਸਹਾਰਨਾ ਤਪਾਂ ਸਿਰ ਤਪ ਹੈ। ਇੱਕ ਵਾਰੀ ਇਹ ਦੇਖਿਓ। ਹੁਣ ਇਸ ਕਰਕੇ ਇੱਕ ਮੌਲਾਨਾ ਰੂਮੀ ਦਾ ਵੀ ਕਥਨ ਹੈ, ਕਹਿੰਦਾ ਦੂਜੇ ਨੂੰ ਮਾफ़ ਇਸ ਕਰਕੇ ਨਹੀਂ ਕਰਨਾ ਕਿ ਉਹ ਮਾफ़ੀ ਦਾ ਯੋਗ ਹੈ, ਉਹਨੂੰ ਮਾफ़ ਕਰਨਾ ਕਹਿੰਦਾ ਤੁਸੀਂ ਉਸ ਨੂੰ ਇਸ ਕਰਕੇ ਮਾफ़ ਕਰੋ ਕਿ ਤੁਸੀਂ ਸ਼ਾਂਤੀ ਚਾਹੁੰਦੇ ਹੋ। ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਮਾफ़ ਕਰ ਦਿਓ, ਜੇ ਨਹੀਂ ਕਰਨਾ ਤਾਂ ਖਾਰ ਦੀ ਭਾਵਨਾ ਆਪਣੇ ਮਨ। ਇਸ ਕਰਕੇ ਕਰੋਧ ਦਾ ਇੱਕ ਪਰਿਵਾਰ ਵੀ ਹੈ। ਕਰੋਧ ਦੇ ਪਰਿਵਾਰ ਦੇ ਮੈਂਬਰ ਕਿਹੜੇ ਨੇ? ਖਾਰ, ਖੁਣਸ, ਈਰਖਾ, ਨਫ਼ਰਤ, ਅਹਿੰਸਾ, ਇਹ ਸਾਰਾ ਕਰੋਧ ਦਾ ਪਰਿਵਾਰ ਹੈ, ਕਿਸੇ ਵੀ ਤਰੀਕੇ ਨਾਲ ਪ੍ਰਗਟ ਹੋ ਸਕਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਰੁਣਾ ਨਾ ਉਪਰਜਤੇ। ਤਾਂ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਜਪਜੀ ਸਾਹਿਬ 'ਚ ਕੀ ਸਮਝਾਉਂਦੇ ਨੇ ਰੋਜ਼ਾਨਾ? ਧੌਲ ਧਰਮ ਦਇਆ ਕਾ ਪੂਤ। ਜਾਂ 12 ਮਾਹ ਦੀ ਬਾਣੀ 'ਚ ਪੜ੍ਹਦੇ ਹਾਂ, 8 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਹੁਣ ਦਇਆਵਾਨ, ਹੁਣ ਦੇਖੋ ਕਰੋਧ ਆਉਣਾ ਸੌਖਾ ਹੈ, ਜਰਾ ਜਿਹਾ ਕਿਸੇ ਨੇ ਕਹਿ ਤਾ ਝੱਟ ਕਰੋਧ ਆ ਗਿਆ, ਪਰ ਦਇਆ ਕਮਾਉਣੀ ਔਖੀ ਹੈ। ਦਇਆ ਕਿਵੇਂ ਕਮਾਉਣੀ ਔਖੀ ਹੈ ਕਿ ਜਿਵੇਂ ਅਗਲੇ ਨੇ ਅਪਮਾਨ ਕਰ ਦਿੱਤਾ, ਉਹਨੂੰ ਕਹੇ ਚੱਲ ਕੋਈ ਨਾ ਤੂੰ ਜੋ ਮਰਜ਼ੀ ਕਹਿ ਲੈ। ਇਹ ਔਖਾ ਹੈ ਕਿਉਂਕਿ ਇਹ ਸ਼ਖਸੀਅਤ ਦਾ ਵੱਡਾ ਗੁਣ ਨਹੀਂ ਬਣਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਰੁਣਾ ਨਾ ਉਪਰਜਤੇ ਵਿਖਿਅੰਤ ਜੀਵੰ ਵਸਿਅੰ ਕਰੋਤ ਨਿਰਤੰ ਕਰੋਤ ਜਥਾ ਮਰਕਟ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਹੇ ਕਰੋਧ, ਜਦੋਂ ਕੋਈ ਇਨਸਾਨ ਤੇਰੇ ਅਧੀਨ ਹੋ ਜਾਵੇ, ਭਗਤ ਕਬੀਰ ਸਾਹਿਬ ਜੀ ਬਾਣੀ 'ਚ ਫਰਮਾਉਂਦੇ ਹਨ ਕਿ ਕਾਮ ਕਰਵਾਨੀ ਦੁੱਖ ਸੁੱਖ ਦਰਵਾਜ਼ਾ,
ਇਸੇ ਪ੍ਰਕਾਰ ਕ੍ਰੋਧ ਪ੍ਰਧਾਨ ਮਹਾਂ ਵੱਡ ਦੁੰਦਰ ਤਹਿ ਮਨ ਮਾਵਾਸੀ। ਰਾਜਾ ਕੇ ਅਸਲ ਦੇ ਵਿੱਚ ਇਹ ਸਾਰਾ ਪਰਿਵਾਰ ਜੁੜਿਆ ਹੋਇਆ। ਤਾਂ ਇਸੇ ਪ੍ਰਕਾਰ ਭਾਈ ਮਰਦਾਨਾ ਜੀ ਦੇ ਸੰਬੰਧਿਤ ਸ਼ਲੋਕ ਹੈ ਬਿਆਹਗੜਾ ਰਾਪ ਦੇ ਵਿੱਚ, ਉਹਦੇ ਵਿੱਚ ਫਰਮਾਉਂਦੇ ਹਨ, ਕਲ ਕਲਵਾਲੀ ਕਾਮ ਮਦ ਮਨੂਆ ਪੀਵਣ ਹਾਰ, ਕ੍ਰੋਧ ਕਟੋਰੀ ਮੋਹੇ ਭਰੀ ਪੀ ਲਾਵਾ ਅਹੰਕਾਰ। ਕਿ ਇਸ ਵਿਕਾਰਾਂ ਦਾ ਸਮੁੱਚਾ ਪਰਿਵਾਰ ਜਿਉਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਵਿਖਿਅੰਤ ਜੀਵਨ, ਜਿਹੜਾ ਪਹਿਲਾਂ ਹੀ ਕ੍ਰੋਧ ਕਾਮ ਦੇ ਮੋਹ ਦੇ ਲੋਭ ਦੇ ਵਸ ਹੈ, ਉਹਦੇ 'ਤੇ ਕ੍ਰੋਧ ਦਾ ਅਸਰ ਬਹੁਤ ਜਲਦੀ ਹੋਏਗਾ। ਨੁਕਤਾ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ ਕਿ 3 ਵਿਕਾਰਾਂ 'ਤੇ ਆਸ਼ਰਿਤ ਚੱਲਦਾ ਹੈ, ਕਾਮ, ਲੋਭ ਅਤੇ ਅਹੰਕਾਰ 'ਤੇ। ਗੁਰੂ ਸਾਹਿਬ ਜੀ ਕਹਿੰਦੇ ਵਿਖਿਅੰਤ ਜੀਵਨ, ਜਿਹੜੇ ਪਹਿਲਾਂ ਹੀ ਵਿਕਾਰਾਂ ਦੇ ਅਧੀਨ ਹਨ, ਉਹਨਾਂ ਦੇ ਉੱਪਰ ਇਹਦਾ ਹੋਰ ਪ੍ਰਭਾਵ ਚੱਲਦਾ। ਔਰ ਵਸਿਅੰ ਕ੍ਰੋਧ, ਇੰਨਾ ਜ਼ਿਆਦਾ ਵਸ ਦੇ ਵਿੱਚ ਕਰ ਲੈਂਦਾ ਹੈ ਕਿ ਕੋਈ ਰਹਿਣ ਹੀ ਨਹੀਂ ਦਿੰਦਾ ਦੂਜਾ ਪਸਾਰ। ਨਿਰਤੰ ਕ੍ਰੋਧ, ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਨਾਚ ਕਰਾਉਂਦਾ ਹੈ ਜਿਵੇਂ ਮਦਾਰੀ ਆਪਣੇ ਬੰਦਰ ਨੂੰ ਨਾਚ ਕਰਾਉਂਦਾ ਹੈ। ਹੁਣ ਜਿਹੜਾ ਮਦਾਰੀ ਦਾ ਬੰਦਰ ਹੈ, ਹਰ ਵਾਲੀ ਮਦਾਰੀ ਦੀ ਸਹਿਮਤੀ ਨਾਲ ਥੋੜ੍ਹਾ ਨਾਚ ਕਰਦਾ ਹੈ, ਬਹੁਤੀ ਵਾਰੀ ਉਹਨੂੰ ਜ਼ਬਰਦਸਤੀ ਵੀ ਜਿਹੜਾ ਮਦਾਰੀ ਹੈ ਨਾਚ ਕਰਵਾਉਂਦਾ ਹੈ। ਇਸੇ ਪ੍ਰਕਾਰ ਕ੍ਰੋਧ ਦੇ ਖਿਆਲ ਬਹੁਤ ਵਾਰੀ ਮਨੁੱਖ ਦੇ ਕੋਲ ਉਹ ਕਰਮ ਵੀ ਕਰਵਾਉਂਦੇ ਹਨ ਜਿਹੜੇ ਮਨੁੱਖ ਨੇ ਕਦੇ ਸੋਚੇ ਚਿੱਤਵੇ ਨਹੀਂ ਹੁੰਦੇ। ਜਿਵੇਂ ਅਮਰੀਕਾ ਦੀ ਕਿਸੇ ਜੇਲ੍ਹ ਦੇ ਵਿੱਚ ਕਹਿੰਦੇ ਅਧਿਐਨ ਹੋਇਆ, ਤਾਂ ਉਹ ਜਿਤਨੇ ਕਤਲ ਦੇ ਅਪਰਾਧੀ ਸਨ, ਉਹਨਾਂ ਸਾਰਿਆਂ ਨੂੰ ਪੁੱਛਿਆ ਗਿਆ, ਜਿੰਨੇ ਉਹਨਾਂ ਦੇ ਕੇਸ ਚੱਲ ਰਹੇ ਸਨ, ਕਿਸੇ ਨੇ ਕੋਈ ਖੋਜ ਆਦਿ ਕੀਤੀ ਕਿ ਜਦੋਂ ਤੁਸੀਂ ਕਤਲ ਕੀਤਾ ਤੁਹਾਡੇ ਮਨ ਅੰਦਰ ਕੀ ਚੱਲ ਰਿਹਾ ਸੀ, ਉਸ ਇਨਸਾਨ ਦਾ ਪਹਿਲਾਂ ਕੀ ਅਨੁਭਵ ਸੀ ਅਤੇ ਬਾਅਦ ਵਾਲਾ ਕੀ ਸੀ, ਤੁਸੀਂ ਦੱਸੋ। ਉਹਨਾਂ ਦੇ ਵਿੱਚੋਂ ਬਹੁਤ ਇਸ ਸਿੱਟੇ ਤੱਕ ਪਹੁੰਚੇ ਕਿ ਸਾਨੂੰ ਸਾਡੇ ਉਸ ਇਨਸਾਨ ਦੇ ਨਾਲ ਕੋਈ ਖਾਸ ਕੋਈ ਵਿਰੋਧ ਨਹੀਂ ਸੀ, ਬਸ ਇੰਨਾ ਸੀ ਕਿ ਉਹਦੇ ਪ੍ਰਤੀ ਪਤਾ ਨਹੀਂ ਕਿਵੇਂ ਦੀ ਅੰਦਰ ਭਾਵਨਾ ਭਰ ਗਈ ਅਤੇ ਅੰਗਾਂ ਵਿੱਚ ਆਪਣੇ ਆਪ ਹਰਕਤ ਆ ਗਈ। ਤਾਂ ਉਹਨਾਂ ਨੇ ਇਹ ਗੱਲ ਬੜੀ ਕਹੀ ਕਿ ਜਦੋਂ ਅਸੀਂ ਕਿਸੇ ਦਾ ਮਤਲਬ ਅਪਹਰਣ ਕੀਤਾ, ਜਾਨ ਤੋਂ ਉਹਨੂੰ ਖਤਮ ਕੀਤਾ, ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਇਨਸਾਨ ਸੀ। ਸਾਨੂੰ ਕੇਵਲ ਇਹ ਲੱਗਿਆ ਕਿ ਉਹ ਇੱਕ ਮਤਲਬ ਮੁਰਦਾ ਹੈ ਅਤੇ ਅਸੀਂ ਕੇਵਲ ਉਹਨੂੰ ਗਲੇ ਤੋਂ ਜਾਂ ਕਿਸ ਤਰ੍ਹਾਂ ਕੱਟਣਾ ਹੈ। ਇਹਦਾ ਮਤਲਬ ਇੰਨਾ ਅੰਨਾ ਕਰ ਦਿੰਦਾ ਮਨੁੱਖ ਨੂੰ ਕ੍ਰੋਧ। ਤਾਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਿਰਤੰ ਕ੍ਰੋਧ ਜਥਾ ਮਰਕਟੇ, ਜਿਵੇਂ ਮਦਾਰੀ ਬਾਂਦਰ ਨੂੰ ਨਚਾਉਂਦਾ। ਕਦੇ ਦੇਖਿਆ ਹੋਣਾ ਆਪ ਜੀ ਨੇ ਤਮਾਸ਼ਾ। ਤਾਂ ਉਹ ਕੀ ਕਰਦਾ, ਕਈ ਵਾਰੀ ਉਹ ਬਾਂਦਰ ਦੇ ਸਿਰ 'ਤੇ ਚਪੇੜ ਮਾਰਦਾ, ਕਦੀ ਉਹਦੇ ਪੈਰਾਂ 'ਤੇ ਬਹੁਤ ਤੇਜ਼ੀ ਨਾਲ ਸੋਟੀ ਮਾਰਦਾ, ਕਦੀ ਉਹਦੇ ਚੁੰਡੀ ਆਦਿਕ ਵੱਢਦਾ, ਤਾਂ ਕਿ ਇਹਦਾ ਨਾਚ ਚੱਲਦਾ ਰਹੇ। ਤਾਂ ਇਸੇ ਪ੍ਰਕਾਰ ਕਦੀ ਕ੍ਰੋਧ ਬੜੇ ਤਰੀਕਿਆਂ ਨਾਲ ਸਾਨੂੰ ਵਿਆਪਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਨਕ ਸਾਸਨ ਤਾੜੰਤ ਜਮਦੂਤਹਿ ਤਵ ਸੰਗੇ ਅਦਮੰ ਨਰਹ। ਤਾਂ ਇਸੇ ਪ੍ਰਕਾਰ ਕਹਿੰਦੇ ਸਭ ਤੋਂ ਵੱਡਾ ਜਮਦੂਤ ਹੈ ਜਿਹਦਾ ਮਨੁੱਖ ਦੇ ਉੱਪਰ ਸ਼ਾਸਨ ਚੱਲਦਾ ਹੈ। ਮੈਨੂੰ ਕਿਸੇ ਨਿਕਟਵਰਤੀ ਜਾਣਕਾਰ ਦੀ ਗੱਲ ਹੈ ਕਿ ਉਹ ਚੰਗਾ ਭਲਾ MBBS MD ਡਾਕਟਰ ਹੋਣ ਦੇ ਬਾਵਜੂਦ ਵੀ ਕਤਲ ਕਰ ਬੈਠਾ। ਤਾਂ ਜਦੋਂ ਕਦੇ ਦੁਬਾਰਾ ਕਿਸੇ ਦੁਆਰਾ ਜਾਣਨ ਦਾ ਮੌਕਾ ਮਿਲਿਆ ਕਿ ਮੈਂ ਬੜਾ, ਹੁਣ ਤੁਸੀਂ ਕਹੋਗੇ, ਅਸੀਂ ਕਹਾਂਗੇ ਕਿ ਜੀ ਮੈਡੀਕਲ ਡਿਗਰੀ ਇਹ ਸਭ ਤੋਂ ਵੱਡੀ MBBS MD ਜਾਂ MS, ਇਹ ਬੰਦਾ ਵੀ ਕ੍ਰੋਧ ਦੇ ਅਧੀਨ ਹੋ ਕੇ ਕਤਲ ਕਰ ਸਕਦਾ ਹੈ। ਤਾਂ ਕਰਕੇ ਹੁਣ ਕਈ ਵਾਰੀ ਨਾ ਬਹੁਤ ਲੋਕ ਕਹਿਣਗੇ ਜੀ ਸਤ ਸੰਗਤ ਦੇ ਵਿੱਚ ਨਾ ਆਮ ਗੱਲਾਂ ਹੁੰਦੀਆਂ ਨੇ, ਸਾਨੂੰ ਪੜ੍ਹਾਈ ਵਾਲੀ ਗੱਲ ਤਾਂ ਉੱਥੇ ਕੋਈ ਮਿਲਣੀ ਨਹੀਂ, ਨਾ ਸਾਨੂੰ ਆਰਥਿਕਤਾ ਨੂੰ ਵਧਾਉਣ ਵਾਲੀ ਗੱਲ ਮਿਲਣੀ ਹੈ, ਨਾ ਕਾਰੋਬਾਰ ਨੂੰ ਹਾਇਰ ਪੱਧਰ 'ਤੇ ਲਿਜਾਣ ਵਾਲੀ ਕੋਈ ਗੱਲ ਮਿਲਣੀ ਹੈ। ਤਾਂ ਉਹ ਹੈਰਾਨਗੀ ਦੀ ਗੱਲ ਵਾਚੋ ਇਸ ਪ੍ਰਕਾਰ ਕਿ ਉਹ ਏਡਾ ਵੱਡਾ ਬੰਦਾ ਕਤਲ ਵਰਗੀ, ਔਰ ਗੱਲ ਕੀ ਜਿਹਦਾ ਕੀਤਾ ਉਹਦੇ ਨਾਲ ਸਿਰਫ 1 ਦਿਨ ਪਹਿਲਾਂ ਉਹਦਾ ਮਿਲਾਪ ਹੋਇਆ, ਬਹੁਤਾ ਲੰਬਾ ਸਮਾਂ ਨਹੀਂ, 2 ਦਿਨ ਪਹਿਲਾਂ ਉਹਨੂੰ ਮਿਲਿਆ ਸੀ, ਨਿੱਕਾ ਜਿਹਾ ਝਗੜਾ ਕੁਝ ਮਾਇਕੀ ਪੱਧਰ 'ਤੇ ਪੈਦਾ ਹੋਇਆ ਤਾਂ ਇੱਥੋਂ ਤੱਕ ਚਲਾ ਗਿਆ। ਇਸ ਕਰਕੇ ਕਿਤਨੀ ਭਿਆਨਕ ਆਗਿਆ। ਇਸ ਕਰਕੇ ਇਹਦਾ ਬਚਾਅ ਇਵੇਂ ਕਰੋ, ਇਹਦਾ ਬਚਾਅ ਇਵੇਂ ਕਿ ਜਦੋਂ ਇਨਸਾਨ ਕੋਈ ਤੁਹਾਡੇ ਕੋਲ ਕਿਸੇ ਦੂਜੇ ਦਾ ਵਿਰੋਧ ਕਰ ਰਿਹਾ ਤਾਂ ਉੱਥੇ ਬਚੋ ਉਹਦੇ, ਜਾਂ ਜਦੋਂ ਤੁਹਾਡੀ ਹਸਤੀ ਦਾ ਅਪਮਾਨ ਹੋ ਗਿਆ ਤਾਂ ਆਪਣੇ ਮਨ ਉੱਪਰ ਪੂਰਾ ਧਿਆਨ ਕੇਂਦਰਿਤ ਕਰੋ, ਕੋਈ ਨਾ ਕੁਝ ਹੋ। ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਕਈ ਵਾਰੀ ਕਥਾ ਕਰਕੇ ਉਤਰਦੇ ਹਾਂ, ਬੜਿਆਂ ਨੇ ਐਸੇ ਕਿਹਾ ਕਥਾ ਬਿਲਕੁਲ ਚੰਗੀ ਨਹੀਂ ਲੱਗੀ, ਨਾ ਸਹੀ ਲੱਗੀ, ਇਹ ਤਾਂ ਸਾਡੀ ਥੋੜ੍ਹਾ ਕੋਈ ਨਿੱਜੀ ਗੱਲ ਹੈ, ਇਹ ਤਾਂ ਸਤਿਗੁਰੂ ਨੇ ਜਿੰਨੀ ਮੱਤ ਬੁੱਧ ਪਾਈ ਉਨੇ ਵਾਕ ਨਿਕਲ ਗਏ। ਜੇ ਨਹੀਂ ਠੀਕ ਹੈ ਅੱਗੇ ਤੋਂ ਯਤਨ ਕਰਾਂਗੇ ਸੁਧਾਰਨ ਦਾ। ਤਾਂ ਉਸ ਖਿਆਲ ਨੂੰ ਆਪਣੇ ਅੰਦਰੋਂ ਵਾਸ਼ ਆਊਟ ਕਰ ਦਿਓ। ਜੇ ਉਹ ਬੈਠ ਗਿਆ ਅੰਦਰ ਤਾਂ ਉਹ ਕ੍ਰੋਧ ਦੀ ਭਾਵਨਾ ਨੂੰ ਜਨਮ ਦੇਗਾ ਹੀ ਦੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਨਕ ਸਾਸਨ ਤਾੜੰਤ ਜਮਦੂਤੇ, ਬੜੇ ਪ੍ਰਕਾਰ ਕਰਕੇ ਸ਼ਾਸਨ ਕਰਦਾ ਹੈ। ਅੱਖਾਂ ਦੇ ਵਿੱਚ ਬੰਦੇ ਦੇ ਲਾਲਗੀ ਉੱਤਰ ਆਉਂਦੀ ਹੈ। ਕਈ ਵਾਰੀ ਕ੍ਰੋਧ ਦੇ ਵਿੱਚ ਮੈਂ ਦੇਖਿਆ ਬੰਦੇ ਕੰਬਣ ਲੱਗ ਪੈਂਦੇ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਤਵ ਸੰਗੇ ਅਦਮੰ ਨਰ, ਇਸ ਪ੍ਰਕਾਰ ਤੂੰ ਕ੍ਰੋਧ ਬੰਦੇ ਦੀ ਹਾਲਤ ਭੈੜੀ ਕਰਦਾ ਹੈ। ਦੀਨ ਦੁੱਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰੱਖਿਆ,
ਕ੍ਰੋਧ ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ, ਹੇ ਦੀਨ ਦਇਆਲ ਪਰਮੇਸ਼ਰ, ਜਦੋਂ ਸਾਨੂੰ ਪੈਦਾ ਕੀਤਾ ਸੀ ਸਾਡੇ ਅੰਦਰ ਕੋਈ ਵਿਕਾਰ ਨਹੀਂ ਸੀ। ਬਚਪਨ ਦੇ ਵਿੱਚ ਸਾਨੂੰ ਕੋਈ, ਜਿਵੇਂ ਕਈ ਅਕਸਰ ਪਿਆਰ ਦੇ ਨਾਲ ਬੱਚੇ ਨੂੰ ਟਕੋਰ ਕਰ ਦਿੰਦੇ ਨੇ, ਚਪੇੜ ਆਦਿਕ ਦੀ, ਬੱਚਾ ਗੁੱਸਾ ਨਹੀਂ ਕਰਦਾ, ਨਾ ਉਹਦੇ ਅੰਦਰ ਗੰਢ ਬਣਦੀ ਹੈ। ਸਵੇਰੇ ਜਿਨ੍ਹਾਂ ਬੱਚਿਆਂ ਦੇ ਨਾਲ ਲੜਿਆ ਹੁੰਦਾ, ਸ਼ਾਮੀ ਉਹਨਾਂ ਦੇ ਨਾਲ ਖੇਡ ਰਿਹਾ ਹੁੰਦਾ। ਸਾਨੂੰ ਸਵੇਰੇ ਜਿੰਨੇ ਮਾੜਾ ਵਾਕ ਕਿਹਾ ਹੁੰਦਾ, 20 ਸਾਲ ਬਾਅਦ ਵੀ ਯਾਦ ਹੁੰਦਾ ਕਿ ਉਹਨੇ ਵਾਕ ਕਿਹਾ। ਮਤਲਬ ਕ੍ਰੋਧ ਦੀ ਗੰਢ ਅੰਦਰ ਵੱਜ ਜਾਂਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ, ਸਰਬ ਜੀ ਰੱਖਿਆ ਕ੍ਰੋਧ, ਹੇ ਅਕਾਲ ਪੁਰਖ ਪ੍ਰੀਤਮ। ਇਹ ਬੜੇ ਭਾਰੀ ਵਿਕਾਰ ਨੇ, ਇਹਨਾਂ ਦੇ ਵੱਸ ਹੋਇਆਂ ਜੀਵਨ ਥਿਰ ਨਹੀਂ ਰਹਿੰਦਾ। ਇਸ ਕਰਕੇ ਆਪ ਜੀ ਦੀ ਸ਼ਰਨ ਹਾਂ, ਸਰਬ ਜੀ ਰੱਖਿਆ ਕ੍ਰੋਧ। ਕਿਰਪਾ ਕਰਕੇ ਵਿਕਾਰਾਂ ਦੇ ਇਹਨਾਂ ਵਿਕਰਾਲ ਭਾਵ ਤੋਂ ਸਾਡੀ ਰੱਖਿਆ ਕਰਕੇ ਸਾਡੇ ਜੀਵਨ ਦੀ ਸੁਚੇਤਤਾਈ ਦੇ ਨਾਲ ਕਿਰਪਾ ਕਰੋ। ਇਸ ਕਰਕੇ ਗੁਰਬਾਣੀ ਵਿੱਚ ਵਾਕ ਆਉਂਦੇ ਨਾ ਸਤਿਗੁਰੂ ਸਾਹਿਬ ਜੀ ਦੇ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਇਹ ਅਕਾਲ ਪੁਰਖ ਆਪਣੀ ਅਕਲ ਦੇ ਨਾਲ, ਕਿ ਜੇ ਆਪਣੀ ਅਕਲ ਦੇ ਨਾਲ ਵਿਕਾਰਾਂ ਤੋਂ ਛੁੱਟ ਸਕਦੇ ਹੋਈਏ ਤਾਂ ਦੁਨੀਆ ਦੇ ਜਿੰਨੇ ਪੜ੍ਹੇ ਲਿਖੇ ਨੇ ਸਾਰੇ ਵਿਕਾਰਾਂ ਤੋਂ ਮੁਕਤ ਹੋ ਜਾਣ। ਪਰ ਗੁਰੂ ਸਾਹਿਬ ਜੀ ਕਹਿੰਦੇ ਐਸਾ ਨਹੀਂ। ਇਸ ਕਰਕੇ ਮਾਲਕ ਤੂੰ ਸ਼ਬਦ ਵਿਚਾਰ ਦੁਆਰਾ ਸਾਨੂੰ ਗਿਆਨ ਉਪਲਬਧ ਕਰਵਾਇਆ ਹੈ, ਨਾਲ ਹੀ ਆਪਣੀ ਕਿਰਪਾ ਕਰ ਕਿ ਸਾਨੂੰ ਐਸਾ ਸੰਜਮ ਵੀ ਧਾਰਨਾ ਆ ਜਾਵੇ। ਇਸ ਕਰਕੇ ਕ੍ਰੋਧ ਦੇ ਨਾਸ਼ ਲਈ, ਹੁਣ ਕ੍ਰੋਧ ਨੂੰ ਸਮਝ ਲਓ ਇਵੇਂ ਕਿ ਜਿਵੇਂ ਹੁਣ ਮਨੁੱਖ ਸਮਝਦਾ ਨਾ ਕਿ ਮਿਲਾਵਟੀ ਭੋਜਨ ਖਾਵਾਂਗਾ ਤਾਂ ਪਾਚਨ ਕਿਰਿਆ ਵਿਗੜੇਗੀ, ਇਵੇਂ ਸਮਝ ਲਓ ਕਿ ਜੇ ਕ੍ਰੋਧ ਸਾਡੇ ਉੱਪਰ ਸਵਾਰ ਹੋ ਗਿਆ ਤਾਂ ਅਸੀਂ ਧਰਮੀ ਨਹੀਂ ਰਹਾਂਗੇ, ਕਿਉਂਕਿ ਦਇਆ ਹਿਰਦੇ 'ਚੋਂ ਚਲੀ ਜਾਏਗੀ। ਇਸੇ ਪ੍ਰਕਾਰ ਜਦੋਂ ਦਇਆ ਚਲੀ ਗਈ ਫਿਰ ਨਿਮਰਤਾ ਵੀ ਜਾਏਗੀ, ਖਿਮਾ ਵੀ ਜਾਏਗੀ। ਇੱਕ ਕ੍ਰੋਧ ਨੂੰ ਮਿਟਾਉਣ ਦੇ ਨਾਲ ਕਿੰਨੇ ਫਾਇਦੇ ਹੋ ਸਕਦੇ ਨੇ। ਕ੍ਰੋਧ ਹਿਰਦੇ 'ਚੋਂ ਕੱਢ ਦਿੱਤਾ, ਸਭ ਤੋਂ ਪਹਿਲਾਂ ਦਇਆ ਪਹਿਲਾ ਗੁਣ ਆ ਗਿਆ। ਫਿਰ ਜੇ ਕ੍ਰੋਧ ਕਰਕੇ ਕਿਸੇ ਨੂੰ ਖਿਮਾ ਕਰ ਦਿੱਤਾ, ਦੂਜਾ ਗੁਣ ਆ ਗਿਆ। ਜੇ ਕਿਸੇ ਦੇ ਕਹੇ ਹੋਏ ਵਾਕ ਨੂੰ ਜਰ ਲਿਆ, ਸਹਿਣਸ਼ੀਲਤਾ ਦਾ ਗੁਣ ਆ ਗਿਆ। ਇਸ ਕਰਕੇ ਕ੍ਰੋਧ ਨੂੰ ਹਿਰਦੇ ਵਿੱਚੋਂ, ਜੀਵਨ ਦੇ ਵਿੱਚੋਂ ਦੂਰ ਕਰਨ ਦੇ ਨਾਲ ਮਨੁੱਖ ਗੁਣਾਂ ਦੀ ਖਾਣ ਹੋ ਸਕਦਾ। ਹੁਣ ਦੂਜੀ ਗੱਲ, ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਗਰਮੀ ਨੂੰ ਚੰਗਾ ਨਹੀਂ ਮੰਨਦੇ। ਅਸੀਂ ਠੰਡਕ, ਜਿਵੇਂ ਗਰਮੀ ਆਪਾਂ ਏਸੀ ਚਲਾਏ ਹੋਏ ਨੇ ਕਿਉਂਕਿ ਠੰਡਕ ਚੰਗੀ ਲੱਗਦੀ ਹੈ। ਸਿਆਲ ਨੂੰ ਵੈਸੇ ਅਸੀਂ ਚੰਗਾ ਮੰਨਦੇ ਨੇ, ਲੋਕ ਠੰਡਿਆਂ ਮੁਲਕਾਂ ਦੇ ਵਿੱਚ ਘੁੰਮਣ ਜਾਂਦੇ ਨੇ। ਇਸ ਕਰਕੇ ਇਹਦਾ ਮਤਲਬ ਸੰਸਾਰ ਦਾ ਹਰੇਕ ਬੰਦਾ ਠੰਡ ਹੀ ਚਾਹੁੰਦਾ, ਠੰਡਕ ਚਾਹੁੰਦਾ, ਸ਼ੀਤਲਤਾ ਚਾਹੁੰਦਾ ਹੈ। ਤਾਂ ਫਿਰ ਕ੍ਰੋਧ ਵਰਗੀ ਅਗਨੀ ਨੂੰ ਆਪਣੇ ਅਸੀਂ ਜੀਵਨ ਦੇ ਵਿੱਚੋਂ ਕਿਉਂ ਬਾਲੀਏ? ਤਾਂ ਗੁਰੂ ਸਾਹਿਬ ਜੀ ਕਹਿੰਦੇ, ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ, ਸਰਬ ਜੀ ਰੱਖਿਆ ਕ੍ਰੋਧ। ਮਾਲਕ ਇਹਨਾਂ ਵਿਕਾਰਾਂ ਤੋਂ ਆਪ ਹੀ ਸਾਡੀ ਰੱਖਿਆ ਕਰ। ਸਾਡੀ ਬੁੱਧੀ ਨੂੰ, ਸਾਡੇ ਭਾਵਾਂ ਨੂੰ, ਸਾਡੀ ਕਿਰਿਆ ਨੂੰ ਐਸਾ ਸੰਜਮ, ਐਸਾ ਜਬਤ ਬਖਸ਼ ਕਿ ਦਇਆ ਨਿਮਰਤਾ ਦੇ ਸਹਿਤ ਹੋ ਕੇ ਇਸ ਕ੍ਰੋਧ ਦੀ ਅਲਾਮਤ ਤੋਂ, ਭਿਆਨਕ ਅਗਨੀ ਤੋਂ ਸਾਡਾ ਛੁਟਕਾਰਾ ਹੋ ਜਾਵੇ ਅਤੇ ਅਸੀਂ ਵਿਨਿਮਰ ਰੂਪ ਹੋ ਕੇ ਤੇਰੇ ਚਰਨਾਂ ਦੇ ਨਾਲ ਜੁੜੇ ਰਹੀਏ। ਸਤਿਗੁਰੂ ਗੁਰੂ ਅਰਜਨ ਸਾਹਿਬ ਦੀ ਕਿਰਪਾ ਕਰਨ। ਪਾਵਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।